ਤੁਹਾਡਾ ਵੀ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਸੋਚ ਦਾ ਸਫ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪਣੀ ਕਿਤਾਬ ਅਸੀਂ ਝੂਠ ਕਿਉਂ ਬੋਲਦੇ ਹਾਂ ਵਿੱਚੋਂ ਇੱਕ ਲੇਖ ਪੜ੍ਹਦਾ ਅਤੇ ਉਸ ਤੋਂ ਬਾਅਦ ਤੁਹਾਡੇ ਟੈਲੀਫੋਨ ਕਾਲਸ ਰਾਹੀਂ ਇੱਕ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ। ਅਤੇ ਅੱਜ ਦਾ ਜਿਹੜਾ ਲੇਖ ਹੈਗਾ ਉਹ ਮੈਂ ਤੁਹਾਡੇ ਨਾਲ ਜੋ ਸਾਂਝਾ ਕਰਨਾ ਚਾਹੁੰਦਾ, ਉਹਦਾ ਹੈਡਿੰਗ ਸ਼ੀਰਸ਼ਕ ਮੈਂ ਰੱਖਿਆ ਸੋਸ਼ਲ ਨੈਟਵਰਕਿੰਗ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਟੈਲੀਫੋਨ ਲਾਈਨਸ ਅਸੀਂ ਹੁਣ ਤੋਂ ਹੀ ਖੋਲ੍ਹ ਦਿੰਦੇ ਹਾਂ 01215024 ਜਿਹੜਾ ਕਿ ਬਰਤਾਨੀਆ ਦਾ ਨੰਬਰ ਹੈਗਾ ਜੇ ਅਸੀਂ ਇੱਥੋਂ ਟੈਲੀਫੋਨ ਕਰ ਰਹੇ ਹਾਂ। ਅਤੇ ਜੇ ਅਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ ਮੋਹਰੇ 0044 ਲਾਉਣਾ ਪਊਗਾ ਅਤੇ ਸਾਰਾ ਨੰਬਰ 00441215024304 ਘੁਮਾਉਣਾ ਪਊਗਾ। ਸਮਾਂ ਮੈਂ ਜ਼ਿਆਦਾ ਬਰਬਾਦ ਨਾ ਕਰਦਾ ਹੋਇਆ ਮੈਂ ਜਿਹੜਾ ਲੇਖ ਹੈਗਾ ਤੁਹਾਡੇ ਨਾਲ ਸਾਂਝਾ ਕਰਦਾ ਅਤੇ ਉਸ ਤੋਂ ਬਾਅਦ ਜੇ ਤੁਸੀਂ ਟੈਲੀਫੋਨ ਕਾਲਸ ਹੁਣ ਤੋਂ ਹੀ ਬੇਸ਼ੱਕ ਕਰ ਦਿਓ ਅਤੇ ਉਹ ਜਿਹੜਾ ਟੈਲੀਫੋਨ ਹੈਗਾ ਹੋਲਡ 'ਤੇ ਰੱਖਿਆ ਜਾ ਸਕਦਾ। ਵੱਧ ਤੋਂ ਵੱਧ ਇਸ ਜਿਹੜਾ ਲੇਖ ਹੈਗਾ ਇਹਨੂੰ 4 ਜਾਣੀ ਕਿ ਜਾਂ ਵੱਧ ਤੋਂ ਵੱਧ 5 ਮਿੰਟ ਲੱਗਣਗੇ ਅਤੇ ਫਿਰ ਮੈਂ ਜਾਣੀ ਕਿ ਤੁਹਾਡੇ ਟੈਲੀਫੋਨ ਕਾਲਸ ਦੇ ਰਾਹੀਂ ਆਪਾਂ ਇਸ ਵਿਸ਼ੇ 'ਤੇ ਆਪਾਂ ਇਸ ਸਬਜੈਕਟ 'ਤੇ ਇੱਕ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਪਣੇ ਸਰੋਤਿਆਂ ਦਾ ਆਪਣੇ ਦਰਸ਼ਕਾਂ ਦਾ ਵੱਧ ਤੋਂ ਵੱਧ ਜੋ ਹੈ ਉਹ ਫਾਇਦਾ ਹੋ ਸਕੇ। ਸੋਸ਼ਲ ਨੈਟਵਰਕਿੰਗ ਪੰਜਾਬੀ ਦੀ ਕਹਾਵਤ ਹੈ ਇੱਕ ਚੁੱਪ ਅਤੇ 100 ਸੁੱਖ। ਇਹ ਕਹਾਵਤ ਜੋ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਚਾਉਂਦੀ ਹੈ ਅਤੇ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵੀ ਹੁਲਾਰਾ ਦਿੰਦੀ ਹੈ। ਚੁੱਪ ਰਹਿਣ ਨਾਲ ਅਸੀਂ ਚੁਗਲੀਆਂ ਤੋਂ ਬਚੇ ਰਹਾਂਗੇ, ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਤੋਂ ਬਚਾ ਰਹੇਗਾ, ਨਫ਼ਰਤ ਅਤੇ ਗੁੱਸੇ ਵਰਗੀ ਬਦਫੈਲੀ ਤੋਂ ਪਰਹੇਜ਼ ਹੋਵੇਗਾ, ਮਨ ਸ਼ਾਂਤ ਰਹੇਗਾ ਅਤੇ ਅਸੀਂ ਆਪਣੀ ਛਵੀ ਨੂੰ ਵੀ ਜ਼ਿਆਦਾ ਦਿਲ ਖਿੱਚਵੀਂ ਅਤੇ ਖੂਬਸੂਰਤ ਬਣਾ ਲਵਾਂਗੇ। ਹੋਰ ਤਾਂ ਹੋਰ ਅਸੀਂ ਆਪਣੇ ਆਪ ਨੂੰ ਸਿਆਣਿਆਂ ਵਿੱਚ ਗਿਣਨ ਲੱਗ ਪਵਾਂਗੇ। ਲੋਕ ਸਾਡਾ ਸਤਿਕਾਰ ਜ਼ਿਆਦਾ ਕਰਨਗੇ। ਪਹਿਲਾਂ ਤੋਲੋ ਅਤੇ ਫਿਰ ਬੋਲੋ ਵਰਗੀ ਕਹਾਵਤ ਸਾਡੇ 'ਤੇ ਲਾਗੂ ਹੋਣ ਲੱਗ ਪਵੇਗੀ। ਜਿਸ ਤਰ੍ਹਾਂ ਕਹਿੰਦੇ ਹਨ ਕਿ ਸੱਪਾਂ ਦੇ ਵੱਧ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣੇ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੁੰਦਾ ਹੈ। ਪਰ ਅੱਜ ਕੱਲ੍ਹ ਨਵੀਆਂ ਖੋਜਾਂ ਨੇ ਜਿੱਥੇ ਜਾਣਕਾਰੀ ਅਤੇ ਸੰਚਾਰ ਨੂੰ ਵਧਾ ਦਿੱਤਾ ਹੈ, ਉੱਥੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਵੀ ਵਾਧਾ ਕੀਤਾ ਹੈ। ਕੰਪਿਊਟਰ ਚਾਹੇ ਮੋਬਾਈਲ ਫੋਨਾਂ 'ਤੇ ਹੈ ਜਾਂ ਇੱਕ ਜਗ੍ਹਾ ਘਰ ਵਿੱਚ ਪਿਆ ਹੈ, ਇਹਦੇ ਨਾਲ ਅਸੀਂ ਦੁਨੀਆ ਦੇ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਜੁੜੇ ਹੋਏ ਹਾਂ। ਇਸ ਵਿੱਚ ਬੇਸ਼ੁਮਾਰ ਜਾਣਕਾਰੀ ਹੈ। ਕੰਪਿਊਟਰ ਨਾਲ ਜੁੜੀਆਂ ਬਹੁਤ ਸਾਰੀਆਂ ਕਲਾਵਾਂ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ ਅਤੇ ਇਹਨਾਂ ਸਾਰੀਆਂ ਕਲਾਵਾਂ ਵਿੱਚ ਅਸੀਂ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਕੇ ਰੱਖ ਵੀ ਸਕਦੇ ਹਾਂ। ਭਾਵੇਂ ਇਹ ਸਾਰੀ ਤਰੱਕੀ ਬਹੁਤ ਮਾਣ ਵਾਲੀ ਗੱਲ ਹੈ, ਪਰ ਇਹਦੇ ਨਾਲ ਕਈ ਅਲਾਮਤਾਂ ਵੀ ਸਹੇੜੀਆਂ ਜਾ ਰਹੀਆਂ ਹਨ। ਜਿਵੇਂ ਕਈ ਬੱਚੇ ਅਤੇ ਸ਼ਾਇਦ ਬਾਲਗ ਵੀ ਸਾਰਾ ਦਿਨ ਜਾਂ ਬਹੁਤ ਸਮਾਂ ਇਹਨਾਂ ਕਲਾਵਾਂ 'ਤੇ ਖੇਡਾਂ ਹੀ ਖੇਡਦੇ ਰਹਿੰਦੇ ਹਨ ਅਤੇ ਆਪਣਾ ਸਮਾਂ ਫਿਜ਼ੂਲ ਹੀ ਬਰਬਾਦ ਕਰਦੇ ਰਹਿੰਦੇ ਹਨ। ਉਹਨਾਂ ਨੂੰ ਫਿਰ ਕਿਸੇ ਹੋਰ ਗੱਲ ਦੀ ਸੁੱਧ ਬੁੱਧ ਨਹੀਂ ਰਹਿੰਦੀ। ਉਹ ਨਿਕੰਮੇ ਅਤੇ ਨਖੱਟੂ ਬਣ ਜਾਂਦੇ ਹਨ ਜੋ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਕਈ ਹਿੰਸਕ ਖੇਡਾਂ ਗੁੱਸੇ ਵਾਲੀਆਂ ਭਾਵਨਾਵਾਂ ਪੈਦਾ ਕਰ ਸਕਦੀਆਂ ਹਨ ਅਤੇ ਸਾਨੂੰ ਮਾਰਖੋਰਾ ਬਣਾ ਸਕਦੀਆਂ ਹਨ। ਕੰਪਿਊਟਰ ਅਤੇ ਇਹਦੇ ਨਾਲ ਜੁੜੀਆਂ ਹੋਰ ਕਲਾਵਾਂ ਰਾਹੀਂ ਅਸ਼ਲੀਲ ਕਿਸਮ ਦੀਆਂ ਫਿਲਮਾਂ ਵੱਲ ਝੁਕਾਅ ਹੋ ਸਕਦਾ ਹੈ, ਜਿਨ੍ਹਾਂ ਦੇ ਅਸਰ ਹੇਠ ਕਈ ਤਰ੍ਹਾਂ ਦੇ ਘਿਨੌਣੇ ਜੁਰਮ ਕੀਤੇ ਜਾ ਸਕਦੇ ਹਨ। ਜੋ ਹੋਰ ਝੁਕਾਅ ਅੱਜ ਕੱਲ੍ਹ ਤੂਲ ਫੜ ਰਿਹਾ ਹੈ ਉਹ ਹੈ ਸੋਸ਼ਲ ਨੈਟਵਰਕਿੰਗ ਦਾ। ਬਹੁਤ ਲੋਕਾਂ ਨੇ ਟਵਿੱਟਰ, ਯੂਟਿਊਬ ਅਤੇ ਫੇਸਬੁੱਕਾਂ ਖੋਲ੍ਹ ਰੱਖੀਆਂ ਹਨ ਅਤੇ ਉਹਨਾਂ 'ਤੇ ਉਹ ਘੰਟਿਆਂ ਬੱਧੀ ਸਮਾਂ ਗੁਜ਼ਾਰਦੇ ਹਨ। ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਸਰੀਰਕ ਚਹਿਲ ਪਹਿਲ ਵੀ ਰੁਕਦੀ ਹੈ ਅਤੇ ਮਾਨਸਿਕ ਤੌਰ 'ਤੇ ਇਹ ਆਦਤ ਖਬਤ ਤੱਕ ਪਹੁੰਚ ਜਾਂਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜੇ ਮੈਂ ਅੱਜ ਫੇਸਬੁੱਕ ਨਾ ਦੇਖੀ ਤਾਂ ਪਤਾ ਨਹੀਂ ਦੁਨੀਆ ਤਬਾਹ ਹੋ ਜਾਵੇਗੀ। ਫੇਸਬੁੱਕਾਂ 'ਤੇ ਅਸੀਂ ਆਪਣੀਆਂ ਫੋਟੋਆਂ ਤੋਂ ਬਿਨਾਂ ਬਹੁਤ ਸਾਰੀ ਨਿੱਜੀ ਜਾਣਕਾਰੀ ਵੀ ਦਿੰਦੇ ਹਾਂ, ਜਿਵੇਂ ਘਰ ਦਾ ਪੂਰਾ ਪਤਾ, ਫ਼ੋਨ ਨੰਬਰ, ਕੀ ਕੰਮ ਕਰਦੇ ਹਾਂ ਅਤੇ ਕਿੱਥੇ ਕੰਮ ਕਰਦੇ ਹਾਂ, ਸਾਡੀ ਪੜ੍ਹਾਈ, ਆਦਤਾਂ, ਜ਼ਿੰਦਗੀ ਦੇ ਰੁਝੇਵੇਂ ਅਤੇ ਸਾਡੀ ਸੋਚਣ ਨਾਲ ਸੰਬੰਧਿਤ ਵਿਚਾਰ, ਲੇਖ, ਟਿੱਪਣੀਆਂ ਆਦਿ। ਇਸ ਤੋਂ ਬਿਨਾਂ ਅਸੀਂ ਆਪਣੇ ਪਰਿਵਾਰ ਦਾ ਵੇਰਵਾ ਅਤੇ ਉਹਨਾਂ ਦੀਆਂ ਫੋਟੋ ਵੀ ਇਸ ਫੇਸਬੁੱਕ 'ਤੇ ਲਾ ਦਿੰਦੇ ਹਾਂ। ਸਾਡੇ ਨਾਲ ਅਤੇ ਪਰਿਵਾਰ ਨਾਲ ਕੀ ਹੋ ਰਿਹਾ ਹੈ ਅਸੀਂ ਜਗ ਜ਼ਾਹਰ ਕਰ ਦਿੰਦੇ ਹਾਂ। ਅਗਰ ਅਸੀਂ ਆਪਣੇ ਕੁਝ ਨਿੱਜੀ ਦੋਸਤਾਂ ਨਾਲ ਕੋਈ ਵਿਚਾਰ ਵਟਾਂਦਰਾ ਕਰਦੇ ਹਾਂ, ਉਹਦੇ ਬਾਰੇ ਵੀ ਸਾਰੀ ਲੁਕਾਈ ਨੂੰ ਖਬਰ ਕਰ ਦਿੰਦੇ ਹਾਂ। ਇਹ ਸਾਡੀ ਨਿੱਜੀ ਜਾਣਕਾਰੀ ਹੁੰਦੀ ਹੈ। ਆਮ ਬੋਲਚਾਲ ਵਿੱਚ ਅਸੀਂ ਕਿਸੇ ਓਪਰੇ ਇਨਸਾਨ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਸ਼ਾਮਲ ਨਹੀਂ ਹੋਣ ਦਿੰਦੇ, ਪਰ ਫੇਸਬੁੱਕ 'ਤੇ ਅਸੀਂ ਆਪਣੀ ਪੂਰੀ ਨੁਮਾਇਸ਼ ਲਾ ਦਿੰਦੇ ਹਾਂ। ਅਸੀਂ ਇਹ ਵੀ ਖਬਰਾਂ ਲਾ ਦਿੰਦੇ ਹਾਂ ਕਿ ਕਦ ਛੁੱਟੀਆਂ 'ਤੇ ਜਾ ਰਹੇ ਹਾਂ ਅਤੇ ਕਦ ਵਾਪਸ ਆਵਾਂਗੇ, ਕਦੋਂ ਅਸੀਂ ਘਰ ਹੁੰਦੇ ਹਾਂ ਅਤੇ ਕਿਸ ਵੇਲੇ ਘਰ ਨਹੀਂ ਹੁੰਦੇ, ਕਿੱਥੇ ਕੰਮ ਜਾਂ ਸਕੂਲ, ਕਾਲਜ, ਯੂਨੀਵਰਸਿਟੀ ਜਾਂਦੇ ਹਾਂ ਆਦਿ ਚੋਰਾਂ ਨੂੰ ਆਪਣੇ ਘਰ ਵਿੱਚ ਖੁੱਲ੍ਹਾ ਸੱਦਾ ਦੇਣ ਵਾਲੀ ਗੱਲ ਹੈ। ਇਸ ਤੋਂ ਬਿਨਾਂ ਸਾਡੇ ਨਿੱਜੀ ਫੋਨਾਂ ਰਾਹੀਂ
ਸਾਨੂੰ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਕੋਈ ਪਰੇਸ਼ਾਨ ਕਰ ਸਕਦਾ ਹੈ, ਗਲਤ ਮਲਤ ਸੁਨੇਹੇ ਦੇ ਸਕਦਾ ਹੈ, ਵਸਦੇ ਰਸਦੇ ਘਰਾਂ ਨੂੰ ਉਜਾੜ ਸਕਦਾ ਹੈ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਡਰਾ ਧਮਕਾ ਸਕਦਾ ਹੈ। ਇਹ ਕੰਮ ਕਈ ਰਿਸ਼ਤੇਦਾਰ ਵੀ ਕਰ ਸਕਦੇ ਹਨ ਅਤੇ ਓਪਰੇ ਲੋਕ ਵੀ। ਅਸੀਂ ਇਹ ਅਕਸਰ ਭੁੱਲ ਜਾਂਦੇ ਹਾਂ ਕਿ ਦੁਨੀਆ ਵਿੱਚ ਕਈ ਲੋਕ ਹਨ ਜੋ ਸਾਡੇ ਹਿੱਤੂ ਹਨ ਅਤੇ ਦੁਸ਼ਮਣ ਵੀ। ਉਹਨਾਂ ਨੂੰ ਸਾਡੀ ਤਰੱਕੀ, ਖੁਸ਼ਹਾਲੀ, ਨੌਕਰੀ ਅਤੇ ਕਿਸੇ ਵੀ ਗੱਲ ਤੋਂ ਸਾੜਾ ਹੋ ਸਕਦਾ ਹੈ ਅਤੇ ਸਾਨੂੰ ਤੰਗ ਕਰਕੇ ਉਹਨਾਂ ਨੂੰ ਖੁਸ਼ੀ ਮਿਲ ਸਕਦੀ ਹੈ। ਅਸੀਂ ਉਹਨਾਂ ਨੂੰ ਇਹ ਮੌਕਾ ਕਿਉਂ ਦੇਈਏ? ਅਗਰ ਉਹ ਮਾਨਸਿਕ ਤੌਰ 'ਤੇ ਬਿਮਾਰ ਹਨ ਤਾਂ ਇਸ ਬਿਮਾਰੀ ਦੇ ਸ਼ੌਕ ਲਈ ਅਸੀਂ ਉਹਨਾਂ ਨੂੰ ਪੱਠੇ ਕਿਉਂ ਪਾਈਏ? ਚਾਹੇ ਫੇਸਬੁੱਕ 'ਤੇ ਦਿੱਤੀ ਜਾਣਕਾਰੀ ਦੋਸਤਾਂ ਲਈ ਹੋਵੇ ਜਾਂ ਜਾਣਕਾਰਾਂ ਵਾਸਤੇ, ਪਰ ਇਹ ਜ਼ਰੂਰੀ ਨਹੀਂ ਕਿ ਅੱਜ ਵਾਲੇ ਜਾਣਕਾਰ ਜਾਂ ਦੋਸਤ ਤੁਹਾਡੇ ਸਦਾ ਲਈ ਦੋਸਤ ਜਾਂ ਹਿੱਤੂ ਹੀ ਰਹਿਣਗੇ। ਇਹ ਸਾਡੀ ਨਿੱਜੀ ਜਾਣਕਾਰੀ ਹੈ, ਕੋਈ ਕਿਸੇ ਨੂੰ ਵੀ ਈਮੇਲ ਕਰ ਸਕਦਾ ਹੈ। ਕਈ ਇਹੋ ਜਿਹੇ ਕੇਸ ਹੋਏ ਹਨ ਜਿੱਥੇ ਕਿਸੇ ਦੀ ਫੋਟੋ ਨੂੰ ਫੇਸਬੁੱਕ ਤੋਂ ਲੈ ਕੇ ਕਿਸੇ ਹੋਰ ਨਾਲ ਜੋੜ ਕੇ ਬਦਨਾਮੀਆਂ ਕੀਤੀਆਂ ਗਈਆਂ ਹਨ। ਇਹ ਕੰਮ ਔਰਤਾਂ ਅਤੇ ਲੜਕੀਆਂ ਦੇ ਸ਼ੋਸ਼ਣ ਲਈ ਖਾਸ ਤੌਰ 'ਤੇ ਵਰਤਿਆ ਜਾਂਦਾ ਹੈ। ਕਿਸੇ ਨੂੰ ਕਿਸੇ ਨਾਲ ਵੀ ਇਤਰਾਜ਼ਯੋਗ ਹਾਲਤ ਵਿੱਚ ਦਿਖਾ ਕੇ ਜੱਗ ਜ਼ਾਹਰ ਕੀਤਾ ਜਾ ਸਕਦਾ ਹੈ। ਸਾਡੀਆਂ ਫੋਟੋਆਂ ਨਾਲ ਹੋਰ ਫੋਟੋ ਜੋੜ ਕੇ ਪੁੱਠੇ ਵਿਚਾਰ ਲਿਖੇ ਜਾ ਸਕਦੇ ਹਨ। ਮੈਂ ਕੁਝ ਕਿਸਾਂ ਨੂੰ ਜਾਣਦਾ ਹਾਂ ਜਿੱਥੇ ਕੁਝ ਲੋਕਾਂ ਨੂੰ ਗੰਭੀਰ ਕਿਸਮ ਦੀ ਮੁਕੱਦਮੇਬਾਜ਼ੀ ਵਿੱਚ ਪਾ ਦਿੱਤਾ ਗਿਆ, ਜਦੋਂ ਕਿ ਉਹ ਲੋਕ ਉਸ ਵੇਲੇ ਉਸ ਮੁਲਕ ਵਿੱਚ ਵੀ ਨਹੀਂ ਸਨ। ਇਹਨਾਂ ਉਦਾਹਰਨਾਂ ਦੇ ਨਾਲ ਮਿਲਦੀਆਂ ਜੁਲਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਜੋ ਸਿੱਧੇ ਸਾਦੇ ਲੋਕਾਂ ਨੂੰ ਉਲਝਣਾਂ ਵਿੱਚ ਪਾ ਸਕਦੀਆਂ ਹਨ, ਕਿਉਂਕਿ ਪੁੱਠੀ ਅਤੇ ਮਾੜੀ ਸੋਚ ਵਾਲੇ ਲੋਕਾਂ ਦਾ ਦਿਮਾਗ ਚੱਤੋ ਪੈਰ ਇੱਧਰਲੇ ਪਾਸੇ ਲੱਗਾ ਰਹਿੰਦਾ ਹੈ। ਇੱਕ ਹੋਰ ਵੱਡਾ ਨੁਕਸਾਨ ਫੇਸਬੁੱਕ ਨਾਲ ਇਹ ਹੁੰਦਾ ਹੈ ਕਿ ਅਗਰ ਤੁਸੀਂ ਕਿਸੇ ਨੌਕਰੀ ਲਈ ਅਰਜ਼ੀ ਦਿੱਤੀ ਹੈ ਤਾਂ ਅੱਜ ਕੱਲ੍ਹ ਬਹੁਤ ਸਾਰੀਆਂ ਫਰਮਾਂ ਤੁਹਾਡੀ ਫੇਸਬੁੱਕ ਵਾਲੀ ਜਾਣਕਾਰੀ ਤੋਂ ਅੰਦਾਜ਼ਾ ਲਾ ਲੈਂਦੇ ਹਨ ਕਿ ਇਸ ਇਨਸਾਨ ਨੂੰ ਨੌਕਰੀ ਦਿੱਤੀ ਜਾਵੇ ਜਾਂ ਨਾ। ਹੋ ਸਕਦਾ ਹੈ ਤੁਸੀਂ ਕੋਈ ਨਿੱਜੀ ਜਾਣਕਾਰੀ ਨੌਕਰੀ ਲੈਣ ਵੇਲੇ ਅਰਜ਼ੀ ਵਿੱਚ ਨਾ ਲਿਖੀ ਹੋਵੇ ਜਾਂ ਇੰਟਰਵਿਊ ਵੇਲੇ ਨਾ ਦੱਸਣੀ ਚਾਹੁੰਦੇ ਹੋਵੋ। ਉਹ ਇਸ ਗੱਲ ਤੋਂ ਵੀ ਨਤੀਜਾ ਕੱਢ ਲੈਂਦੇ ਹਨ ਕਿ ਇਸ ਇਨਸਾਨ ਦੇ ਨਿੱਜੀ ਵਿਚਾਰ ਕੀ ਹਨ, ਇਹ ਕਿਹੋ ਜਿਹੀ ਸਿਆਸਤ ਵਿੱਚ ਕੀ ਰੱਖਦਾ ਹੈ, ਇਹਦੇ ਦੋਸਤ ਕਿਹੋ ਜਿਹੇ ਹਨ, ਇਹਦੇ ਸ਼ੌਕ ਕੀ ਹਨ, ਇਹਦੇ ਧਾਰਮਿਕ ਵਿਚਾਰ ਕਿਹੋ ਜਿਹੇ ਹਨ, ਕੀ ਇਹ ਸਾਨੂੰ ਕਿਸੇ ਮੁਸੀਬਤ ਵਿੱਚ ਤਾਂ ਨਾ ਪਾ ਦੇਵੇਗਾ। ਇਹ ਗੱਲਾਂ ਸਾਡੀ ਨੌਕਰੀ ਨਾਲ ਭਾਵੇਂ ਸੰਬੰਧਿਤ ਨਾ ਵੀ ਹੋਣ, ਪਰ ਫਰਮਾਂ ਦੇ ਵੱਡੇ ਅਹੁਦੇਦਾਰ ਇਹਨਾਂ ਗੱਲਾਂ ਤੋਂ ਕਈ ਤਰ੍ਹਾਂ ਦੇ ਨਤੀਜੇ ਕੱਢ ਕੇ ਤੁਹਾਨੂੰ ਨੌਕਰੀ ਨਹੀਂ ਦੇਣਗੇ, ਭਾਵੇਂ ਕਿ ਤੁਹਾਡੇ ਕੋਲ ਢੁਕਵੀਂ ਪੜ੍ਹਾਈ ਅਤੇ ਤਜਰਬਾਤ ਹੋਵੇ। ਇਸ ਬਾਰੇ ਅਸੀਂ ਇਹ ਕਰ ਸਕਦੇ ਹਾਂ ਕਿ ਆਪਣੇ ਸੋਸ਼ਲ ਨੈੱਟਵਰਕ ਅਕਾਊਂਟ 'ਤੇ ਪ੍ਰਾਈਵੇਸੀ ਸੈਟਿੰਗਸ ਨਾਲ ਪੂਰੀ ਤਰ੍ਹਾਂ ਵਾਕਫੀਅਤ ਹਾਸਲ ਕਰੀਏ ਅਤੇ ਇਹਨੂੰ ਵਰਤਣ ਦਾ ਹੁਨਰ ਵੀ ਸਿੱਖੀਏ। ਫੋਟੋਆਂ ਜਾਂ ਹੋਰ ਨਿੱਜੀ ਜਾਣਕਾਰੀ ਸਿਰਫ ਅਣਸਰ ਦੀ ਲੋੜ 'ਤੇ ਹੀ ਕੁਝ ਉਹਨਾਂ ਲੋਕਾਂ ਨੂੰ ਭੇਜੀਆਂ ਜਾਣ ਜਿਨ੍ਹਾਂ 'ਤੇ ਪੂਰੀ ਤਰ੍ਹਾਂ ਭਰੋਸਾ ਕੀਤਾ ਜਾ ਸਕਦਾ ਹੋਵੇ। ਫਿਰ ਵੀ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਵੀ ਅਸੀਂ ਭੇਜਦੇ ਹਾਂ ਉਹ ਕਿਸੇ ਹੋਰ ਦੇ ਵੀ ਹੱਥ ਲੱਗ ਸਕਦਾ ਹੈ। ਕੰਪਿਊਟਰ ਕਲਾਵਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਹੇਰਾਫੇਰੀਆਂ ਹੁੰਦੀਆਂ ਹਨ। ਸਾਨੂੰ ਸਮੇਂ-ਸਮੇਂ 'ਤੇ ਆਪਣੀ ਫੇਸਬੁੱਕ ਨੂੰ ਦੇਖਦੇ ਰਹਿਣਾ ਚਾਹੀਦਾ ਹੈ ਕਿ ਜੋ ਵੀ ਤੁਸੀਂ ਉਸ ਉੱਤੇ ਪਾਇਆ ਹੈ ਕੀ ਉਹ ਉੱਥੇ ਹੀ ਹੈ ਅਤੇ ਕਿਸੇ ਨੇ ਉਹਨੂੰ ਤੋੜਨ ਮਰੋੜਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾਂ ਕਿਸੇ ਨੇ ਨਿੱਜੀ ਜਾਣਕਾਰੀ ਚੁਰਾ ਤਾਂ ਨਹੀਂ ਲਈ। ਅਗਰ ਇਮਾਨਦਾਰ ਲੋਕ ਦੁਨੀਆ ਵਿੱਚ ਹਨ ਤਾਂ ਬੇਈਮਾਨਾਂ ਦਾ ਵੀ ਘਾਟਾ ਨਹੀਂ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਨਿੱਜੀ ਜਾਣਕਾਰੀ ਦੇਣ ਨਾਲ ਮੇਰੇ ਜਾਂ ਮੇਰੇ ਪਰਿਵਾਰ 'ਤੇ ਕਹਿਰ ਟਹਿ ਸਕਦਾ ਹੈ ਤਾਂ ਨਿੱਜੀ ਦੋਸਤਾਂ ਨੂੰ ਵੀ ਇਹ ਜਾਣਕਾਰੀ ਫੇਸਬੁੱਕ ਰਾਹੀਂ ਨਾ ਦਿਓ। ਜ਼ਰੂਰਤ ਲਈ ਇਹ ਜਾਣਕਾਰੀ ਕਿਸੇ ਹੋਰ ਤਰੀਕੇ ਰਾਹੀਂ ਭੇਜੀ ਜਾ ਸਕਦੀ ਹੈ। ਜਦ ਅਸੀਂ ਫੋਨ 'ਤੇ ਗੱਲ ਕਰਦੇ ਹਾਂ ਤਾਂ ਸਾਡੀ ਆਪਸੀ ਗੱਲਬਾਤ ਸਾਡੇ ਵਿੱਚ ਹੀ ਰਹਿੰਦੀ ਹੈ, ਕਿਸੇ ਹੋਰ ਦੇ ਕੰਨੀ ਪੈਣ ਦਾ ਖਤਰਾ ਘੱਟ ਜਾਂਦਾ ਹੈ, ਬਸ਼ਰਤੇ ਇਹ ਜਾਣਕਾਰੀ ਰਿਕਾਰਡ ਨਾ ਕਰ ਲਈ ਜਾਵੇ। ਸਾਨੂੰ ਲਾਪਰਵਾਹੀ ਤੋਂ ਬਚਣਾ ਚਾਹੀਦਾ ਹੈ। ਫੇਸਬੁੱਕ ਦਾ ਇੱਕ ਹੋਰ ਨੁਕਸਾਨ ਇਹ ਹੈ ਕਿ ਅਸੀਂ ਸਸਤੀ ਸ਼ੋਹਰਤ ਲਈ ਕਈ ਲੋਕਾਂ ਨੂੰ ਦੋਸਤੀ ਦੇ ਨਾਂ 'ਤੇ ਪ੍ਰਭਾਵਿਤ ਕਰ ਲੈਂਦੇ ਹਾਂ। ਇਹਦਾ ਮਤਲਬ ਇਹ ਹੋਇਆ ਕਿ ਜਿੰਨੇ ਜ਼ਿਆਦਾ ਦੋਸਤ ਹੋਣਗੇ ਓਨਾ ਹੀ ਸੋਸ਼ਲ ਨੈੱਟਵਰਕਿੰਗ 'ਤੇ ਸਮਾਂ ਬਿਤਾਇਆ ਜਾਵੇਗਾ ਅਤੇ ਜਦ ਇੱਕ ਵਾਰ ਇਹਦਾ ਸਵਾਦ ਪੈ ਗਿਆ ਤਾਂ ਇਹਦਾ ਜਨੂੰਨ ਵੀ ਹੋ ਸਕਦਾ ਹੈ। ਇਹਦਾ ਨਤੀਜਾ ਇਹ ਹੋਵੇਗਾ ਕਿ ਬਹੁਤ ਸਾਰਾ ਕੀਮਤੀ ਸਮਾਂ ਫਜ਼ੂਲ ਗੱਲਾਂ 'ਤੇ ਬਰਬਾਦ ਹੋਣ ਲੱਗ ਪਵੇਗਾ। ਘਰ ਦੇ ਜ਼ਰੂਰੀ ਕੰਮ ਠੱਪ ਹੋ ਜਾਣਗੇ, ਜਿਸ ਨਾਲ ਘਰ ਦੇ ਵਾਤਾਵਰਣ ਵਿੱਚ ਖਟਾਸ ਪੈਦਾ ਹੋ ਜਾਵੇਗੀ ਅਤੇ ਤੁਸੀਂ ਕਹੋਗੇ ਕਿ ਮੈਂ ਕਿਸ ਫੰਦੇ ਵਿੱਚ ਫਸ ਗਿਆ, ਮੈਂ ਤਾਂ ਆਪਣਾ ਅਤੇ ਆਪਣੇ ਪਰਿਵਾਰ ਦਾ ਸਕੂਨ ਵੀ ਗਵਾ ਲਿਆ ਹੈ। ਇਸ ਭੁੱਸ ਤੋਂ ਛੁਟਕਾਰਾ ਹੀ ਵਧੀਆ ਤਰੀਕਾ ਹੈ। ਕਈ ਬੱਚੇ ਤਾਂ ਇਸ ਵਿੱਚ ਇੰਨਾ ਜ਼ਿਆਦਾ ਖੁੱਭ ਜਾਂਦੇ ਹਨ ਕਿ ਉਹ ਘਰ ਦਾ ਕੰਮ ਤਾਂ ਇੱਕ ਪਾਸੇ, ਸਕੂਲ ਦਾ ਦਿੱਤਾ ਕੰਮ ਵੀ ਨਹੀਂ ਕਰਦੇ। ਉਹ ਫਟਾਫਟ ਘਰ ਪਹੁੰਚਣ ਦੀ ਕਰਦੇ ਹਨ ਤਾਂ ਕਿ ਦੇਖਿਆ ਜਾਵੇ ਕਿ ਜੋ ਮੈਂ ਫੇਸਬੁੱਕ 'ਤੇ ਭੇਜਿਆ ਸੀ ਉਹਦਾ ਮੇਰੇ ਦੋਸਤਾਂ ਕੀ ਜਵਾਬ ਦਿੱਤਾ ਹੈ ਅਤੇ ਕਿਸ ਨੇ ਜਵਾਬ ਦਿੱਤਾ ਹੈ। ਹੁਣ ਉਹਨਾਂ ਸਭਨਾਂ ਨੂੰ ਉਹਨਾਂ ਦਾ ਜਵਾਬ ਦੇਣਾ ਪਵੇਗਾ ਅਤੇ ਇਸ ਸਮੇਂ ਦੌਰਾਨ ਅਗਰ ਤੁਹਾਡਾ ਮਾਂ-ਬਾਪ ਜਾਂ ਭੈਣ ਭਾਈ ਆ ਕੇ ਤੁਹਾਨੂੰ ਕੋਈ ਗੱਲ ਕਹਿੰਦਾ ਹੈ ਤਾਂ ਤੁਸੀਂ ਕੱਪੜਿਆਂ ਤੋਂ ਬਾਹਰ ਹੋ ਕੇ ਉਹਦੇ ਨਾਲ ਲੜਨ ਲੱਗ ਪੈਂਦੇ ਹੋ। ਆਪਾਂ ਸਭ ਨੂੰ ਪਤਾ ਹੈ ਕਿ ਸਮਾਂ ਬਹੁਤ ਜ਼ਰੂਰੀ ਚੀਜ਼ ਹੈ। ਸਮੇਂ ਨੂੰ ਬਰਬਾਦ ਕਰਨਾ ਪੈਸੇ ਬਰਬਾਦ ਕਰਨ ਵਾਲੀ ਗੱਲ ਹੈ। ਸਾਨੂੰ ਇਹ ਦੇਖਣਾ ਪਵੇਗਾ ਕਿ ਸੋਸ਼ਲ ਨੈੱਟਵਰਕਿੰਗ 'ਤੇ ਕਿੰਨਾ ਸਮਾਂ ਖਰਚ ਕੀਤਾ ਜਾਂਦਾ ਹੈ।
एक दिन का हिसाब करके इनू हफ्ते बाद या महीने बाद वेखो कि कुल कितना समा लग्या। हुण इनू समझण दी लोड़ है कि की इन्ना ज़्यादा समा नैटवर्किंग ते लाउणा जायज़ है। अगर जवाब ना विच है तो फैसला करो कि कितना समा लाउणा है और उस फैसले ते दृढ़ इरादे नाल पहरा दिओ। अगर तुसीं माँ बाप हो और तुहाडे बच्चे सोशल नैटवर्किंग करदिआं हदों वध समा बिताउंदे हन तो यह समझण की कोशिश करो कि इसकी कोई खास वजह है या नहीं। मिसाल के तौर पर साइबर किड्स नां की अपनी किताब विच नैन्सी ई विलार्ड दसदी है कि सोशल नैटवर्किंग की हदों वध वरतों करने वाले शायद चिंता और तनाव के शिकार होण। उसका कहना है कि अल्लड़ उम्र के बहुत सारे बच्चों को ये चिंता रहिंदी है कि दूजे उन्हां बारे की सोचते हैं। उन्हां मुताबक जिन्ने ज़्यादा सोशल नैटवर्क ते उन्हां दे दोस्त होणगे उन्ना ज़्यादा लोग उन्हां नूं पसंद करते हैं। इस कारण उन्हां नूं सोशल नैटवर्किंग की लत लग सकती है। सोशल नैटवर्किंग या कंप्यूटर ते किसी भी होर काम नूं अपने घर के जीआं नाल अपने रिश्ते विच रुकावट ना बण दिओ। डॉन टैप्सकॉट अपनी किताब ग्रोन अप डिजिटल विच कहिंदा है कि इंटरनेट नूं दाद देनी चाहिए है कि एक पासे तो ये दूर रहिंदे परिवारां दे जीआं नाल साडी गलबात कराउंदा है और दूजे पासे इक्को ही घर विच रहिंदे जीआं विच दूरियां पाउंदा है। इसे करके जरूरी है कि सानूं जाबता रखना पवेगा कि इस मशीन नूं कद बंद करना है। एक कहावत है कि धन दौलत नालों नेक नामी ज़्यादा चंगी है और इस तो भी ज़्यादा चंगी चीज़ है दयालु होना। सो ये जरूरी है कि सोशल नैटवर्क से वो गल्लां ही लिखियां जाण जिन्हां नाल सानूं बदनामी ना मिले, क्योंकि इन्हां गल्लां दा बाद विच सफाया करना शायद मुश्किल होवे। जिवें कि आपां नूं पता है कि बहुत सारे लोग इन्हां गल्लां तो अनजाण हुंदे हन। जदों कुछ लोग सोशल नैटवर्किंग करते हैं तो उन्हां नूं होश नहीं रहिंदी। वो ऐसियां गल्लां करते हैं जो वो आमने सामने बैठ के नहीं करनगे ते इसे करके कईयां नूं ये पता नहीं रहिंदा कि एक घटिया गल पोस्ट करन नाल उन्हां दी नेक नामी मिट्टी विच मिल सकती है। सो सोशल नैटवर्क नाल तुहाडी नेक नामी ते धब्बा लगन करके भविख उत्ते बुरा असर पै सकदा है। ग्रोन अप डिजिटल किताब मुताबक सोशल नैटवर्क साइट वरतण वालिਆਂ ਦੀਆਂ बहुत सारिया कहानियां सुनने ਨੂੰ मिलदियां ਹਨ कि उन्हां ਦੀਆਂ पोस्ट कीतियां गईयां गल्लां करके उन्हां ने अपनी नौकरियां गवा लईआं जां उन्हां नूं किसी ने इसे करके नौकरी दित्ती नहीं। हुण अपने सोशल नैटवर्क सफ़े नूं दूजिਆਂ ਦੀਆਂ नज़रां तो देखण की कोशिश करो और अपने आप नूं ये सवाल पुछो कि मैं चाहुंदा हाँ कि लोग मेरे बारे इस तरह ही सोचण। जे कोई मेरिया पोस्ट कीतियां फोटोआं नूं देखे तो वह मेरे चाल चलन बारे की सोचेगा जां उन्हां दे मन विच की आवेगा कि मैं किस तरह का हाँ। पार्टियां का शौकीन, लुच्चा लफंगा, बदमाशियां करने वाला जां घरों बाहर मूँह मारन वाला। जे लोग मेरे बारे इहो जिहा विचार रखते होण तां की मैं चाहुंदा हाँ कि नौकरी लई अर्जी देण वेले मेरा होण वाला मैनेजर मेरे सोशल नैटवर्क वाले सफ़े नूं देख के मेरे बारे इस तरह सोचे कि ये फोटो या पोस्ट किए विचार मेरी शख्सियत या छवि की प्रतिनिधित्व करते हैं कि ये गल्लां दर्शाउंदियां हन कि मैं जिहो जिहा हाँ तो मेरिया कदरां कीमतां की हन। नाल दी नाल तुसीं अपने आप तो ये भी पुछो कि अगर मेरे माँ बाप, मेरे अध्यापक जां कोई होर इंसान जिसकी मैं बड़ी इज्जत करता हाँ मेरिया ये गल्लां मेरे सोशल नैटवर्क ते देखे, वो जो कुछ देखणगे जां पढ़नगे कि उस कारण मैं शर्मिंदा तो ना होवांगा। और याद रखने वाली गल ये भी है कि जो असीं बीजते हाँ वो ही कट्टांगे। जद असीं अपने कंप्यूटर ते नहीं हुंदे ਅਤੇ अपने अकाउंट नूं खुला छड्ड दिंदे हाँ तो इस गल का खतरा बना रहिंदा है कि दूसरे लोग तुहाडे सफ़े ते कोई जानकारी पोस्ट कर देण। इहदा मतलब ये होया कि तुहाडे सफ़े ते कोई भी अते कुछ भी पोस्ट कर सकता है। ये गल खुली थां ते अपना बटूआ जां मोबाइल छड्डण दे बराबर है। कंज्यूमर मैगजीन वालों किए गए एक सर्वेखण मुताबक सोशल नैटवर्क वरतण वाले कई लोग खतरा मोल लेंदे हैं जिस कारण उन्होंने घरां नूं सन लग सकती है, उन्होंने निजी जानकारी चुराई जा सकती है और कोई उन्होंने पिछे पै सकता है। 15% लोगों ने अपने सफ़े ते पोस्ट कर दिता कि वो कित्थे हैं या कित्थे जाण वाले हैं। 34% लोगों ने अपनी जन्म तारीख पोस्ट की और 21% लोगों ने घर रहिंदे अपने बच्चों के नाँ ते फोटो पोस्ट कर दित्तियां। ये सब गल्लां खतरा मोल लैण वालियां हन कि आ बैल मुझे मार। आपां सब नूं पता है कि अपने दोस्तों का साडी सोच और कामां उपर गहरा असर पैंदा है। इसे करके कहते हैं कि इंसान की पहचान उसदे दोस्तों वाल देख के की जा सकती है। सियाणे लोगों का संगी सियाणा बन जाता है और मूर्खां के साथी नूं दुख होवेगा और बाद में पछताना पवेगा। इसलिए सियाणप इसे विच है कि तुसीं सोच समझ के सोशल नैटवर्क के दोस्त बनाओ। सैकड़े लोगों को अपनी दोस्तों की लिस्ट में शामिल करके असीं अपने आप को मुसीबत में पा सकते हाँ। इसे करके उन्होंने लोगों को दोस्त बनाओ जिन्होंने तुसीं जानते हो।
इस तो बिना ये भी कि उन्हों की विचारधारा तुहाडे नाल मेल खाती है। शायद इसे करके डॉक्टर गवेन शोरगन अपनी किताब साइबर सेफ में लिखता है कि वधिया गल यह है कि तुसी सोशल नैटवर्क से सिर्फ उन्होंने लोगों ही दोस्त बनाओ जिन्होंने तुसी ऑफलाइन मिलते जुलते हो और जानते भी हो। ये तो सी जी मेरा छोटा जिहा लेख सोशल नैटवर्किंग बारे जोड़ा मैं हुणे तुहाडे नाल साझा कीता ते इहदे विच जिहड़े है कुछ इशूज़ जिहड़े है कुछ नुकते जिहड़े मैं तुहाडे नाल साझे कीते आ ते हुण मैं तुहाडे टैलीफोन कॉल्स की वेट कर रहा तुहाडा अपना ये बारे इस सोशल नैटवर्किंग बारे की तुहाडे अपने विचार है, तुहाडा कोई अपनी जाती तजर्बा जां तुहाडे किसी दोस्त नाल कोई घटना वापरी होवे जां तुहाडे बच्चे जां कोई तुहाडा होर रिश्तेदार जिहड़ा हैगा वो इस सोशल नैटवर्किंग विच बहुत बुरी तरह खुब्बिया हैगा, तुहाडे अपने विचार इहदे बारे की हैगे आ। जरूरी नहीं जो विचार मैं अपने लेख विच दित्ते हैगे आ उही अंतिम सच आ, क्योंकि जिस तरह तुहानूं मैं अगे भी कहना हुंदा कि अंतिम सच कुछ भी नहीं हुंदा हैगा। अंतिम सच जिहड़ा हैगा असीं लभण दी कोशिश करदे हां। पर मेरे इस प्रोग्राम में जिहड़ियां गल्लां मैं तुहाडे नाल साझीआं करदा जिहो जिहे इशूज़ नूं मैं तुहाडे सामने लैके आउणा ਉਹਦਾ मकसद सिर्फ एक ही हुंदा हैगा। एक तो मैं अपनियां लिखतां जिहड़ियां मैं अपनियां किताबां विच लिखियां वो तुहाडे तक पहुँचा सकां। जिहड़े लोग पंजाबी नहीं जानते जां मेरियां किताबां नहीं खरीद सकते जां होर किसी कारण करके उन्हां दी किताबां तक नहीं पहुँच है तो उन्होंने तक मेरियां लिखतां पहुँच सकन। दूसरा ये कि ये जिहड़े लेख हैगे आ जिहड़े मैं मसले तुहाडे नाल साझे करदा हैगा उन्हां नाल शायद किसी का भला हो सके। जिस तरह तुहानूं मैं पहला भी दस्सिया कि साडी टैलीफोन लाइन्स खुल्लियां हैगियां। नंबर जिहड़ा हैगा साडा बरतानिया तो जे तुसीं टैलीफोन कर रहे हैं तो वह है 0121 502 4304 तो जे तुसीं बरतानिया तो बाहरों टैलीफोन सानूं कर रहे हैं तो फिर है 0044 121 502 4304। तो मैं अजें तुहाडे टैलीफोन कॉल्स की हुण वेट कर रहा ताकि आपां एक संवाद रचा सकीए। इस सारे विलखण प्रोग्राम का मकसद ये है कि मैं तुहाडे नाल जिहड़ा हैगा टैलीफोन के राही संवाद रचाउण की कोशिश करदा ताकि हैलो जी कौन तो जी कित्थों बोलदे वेलकम है जी तुहाडा। सत श्री अकाल मैं कैनेडा से बोलती शांति मेरा नाम है जी। हाँ जी शांति जी की कहना वधिया अगे तो कभी मैनू मिलता नहीं फोन हुण अज मैं पहले ही कर लिया इस करके फोन मिल गया। हाँ जी की कहना चाहोगे शांति जी। तुहाडी जिहड़ा तुसीं सोशल मीडिया बारे गल कर रहे हैं ये मेरे दिमाग 'च रोज़ ही घूमदी आ। हाँ जी क्योंकि अजकल जिवें असीं सारे अंदर बैठे हाँ सियाणे न्याणे साडे बच्चे सारा दिन फोन ते कदी WhatsApp ते कदी किते कदी सारा दिन फोन ही नहीं छड्डदे हैगे। हाँ जी वो करन भी तो की करन। मैं बहुत सारिया अपनी फ्रेंड्स नूं फोन कर लैंदी कदी WhatsApp देख लैंदी हाँ कदी मैं अपने फेसबुक ते चल जाती हाँ कदी मैसेज चेक कर लैंदी हाँ। मैं सोचती भी इन्हां दिनां च जदों कि सानूं अंदर बह के टाइम गुजारना पैंदा जे मैं सोचती भी जदों 20 अगे खरे 1918 दे विच ये बीमारी आई सीगी उदों लोग की करते होणगे वो किवें अपना टाइम स्पेंड करते होणगे। हुण तां असीं आह बहुत कुछ देखण नूं हैगा आ जिथे सानूं हर एक चीज़ के फायदे भी हुंदे आ ते नुकसान भी हुंदे आ। पहला असीं जदों असीं चिट्ठियां पाउंदे सी फिर जो बड़ी वड्डी गल हो जानी अगले ने तार पा देनी वो चिट्ठी किन्ने दिनां बाद कोई 10 दिनां बाद कदों मिलदी सी। हाँ जी फिर तार चलो जे कोई बंदा कोई खुशी दी जां गमी दी गल हुंदी सी तां अगला तार पा दिंदा सी विआह हो गया जां कोई जम्मिया बच्चा जां कुछ भी। फिर हौली 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 टैलीविजन आ गए हुण तां कोई कहण दी गल ही नहीं। हुण तां सोशल मीडिया इन्ना वाइड स्प्रैड हो गया। ਇਹਦੇ ਯੂਜ਼ਸ ਜਿਹੜੇ ਆ ਜਿਹੜੇ ਉਹਦੇ ਚੰਗੇ ਪੱਖ ਆ ਉਹ ਤਾਂ ਬਹੁਤ ਵਧੀਆ ਪੱਖ ਆ ਜਿਹੜੇ ਦੇ ਮਾੜੇ ਪੱਖ ਆ ਉਹ ਬਹੁਤ ਮਾੜੇ ਵੀ ਆ ਉਹ ਬੱਚਿਆਂ ਲਈ ਵੀ ਮਾੜੇ ਆ ਤੇ ਉਹ ਸਾਡੇ ਲਈ ਵੀ ਮਾੜੇ ਆ ਕਿਉਂਕਿ ਸਾਡੇ ਇੱਥੇ ਕੈਨੇਡਾ ਰੈਵਨਿਊ ਵੀ ਹੈਕ ਕਰਕੇ ਲੈ ਗਏ ਉਹਨਾਂ ਦੀ ਲੋਕਾਂ ਦੀ ਇਨਫੋਰਮੇਸ਼ਨ ਸਾਡੀ ਬੈਂਕਾਂ ਦੀ ਇਨਫੋਰਮੇਸ਼ਨ ਲੈ ਗਏ। ਮੈਨੂੰ ਖੁਦ ਵੀ ਰੈਵਨਿਊ ਕੈਨੇਡਾ ਵਾਲਾ ਬਹੁਤ ਵਾਰੀ ਫੋਨ ਆਇਆ ਮੈਨੂੰ ਕਹਿੰਦੇ RCMP ਮੈਂ ਬੋਲਦੇ ਆ ਹਾਂਜੀ 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 ਅੰਟੇਰੀਓ ਤੋਂ ਅਸੀਂ ਬੋਲਦੇ ਆ। ਮੈਂ ਸੱਚੀ ਫੋਨ ਕੀਤਾ ਉਹ ਸੱਚੀ ਉੱਥੇ ਜਾਵੇ। ਮੈਂ ਕਿਹਾ ਵੀ ਤੁਸੀਂ RCMP ਆ ਮੈਂ ਕਿ ਹਾਊ ਕਮ ਸਮ ਅਦਰ ਗਾਈਜ਼ ਪਿਕਡ ਅਪ ਫੋਨ ਐਂਡ ਫੋਨ ਮੀ। ਉਹ ਕਹਿੰਦੇ ਸਾਨੂੰ ਪਤਾ ਨਹੀਂ ਵੀ ਕਿਵੇਂ ਹਾਈਕ ਕਰਕੇ ਲੈ ਗਿਆ ਉਹ ਫਿਰ ਇੰਡੀਆ ਜਾ ਕੇ ਫੜੇ
ਉਹ ਇੰਡੀਆ ਦੇ ਲੋਕ ਸੀ ਜਿਹੜੇ ਕਿ ਸਾਨੂੰ ਕਾਲਸ ਕਰਦੇ ਸੀ। ਸਾਨੂੰ ਹੁਣ ਵੀ ਕਾਲਸ ਆਉਂਦੇ ਆ, ਬਹੁਤ ਸਾਰੀਆਂ ਕਾਲਸ ਆਉਂਦੀਆਂ, ਇਹ ਮੀਡੀਆ ਰਾਹੀਂ ਆਉਂਦੀਆਂ। ਸੋ ਜਿੱਥੇ ਇਹਨਾਂ ਦੇ ਬਹੁਤ ਸਾਰੇ ਫਾਇਦੇ ਆ, ਜਿਹੜੇ ਮਾੜੇ ਲੋਕ ਆ ਉਹਦਾ ਨੁਕਸਾਨ ਵੀ ਕਰ ਰਹੇ ਆ ਤੇ ਇਹਦਾ ਇਫੈਕਟ ਜਿਹੜਾ ਬੱਚਿਆਂ ਤੇ ਹੋ ਰਿਹਾ ਆ। ਅੱਜ ਕੱਲ੍ਹ ਖਾਸ ਕਰਕੇ ਬੱਚੇ ਸਾਰਾ ਦਿਨ, ਮੇਰੇ ਆਪਣੇ ਘਰ ਦੇ ਵਿੱਚ ਵੀ ਜਿਹੜੇ ਮੇਰੇ ਗ੍ਰੈਂਡ ਚਿਲਡਰਨ ਉਹ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਆ। ਕਦੀ ਉਹ ਇੱਕ ਗੇਮਾਂ ਖੇਲਣ ਲੱਗ ਪੈਂਦੇ ਆ ਅੱਧੀ ਰਾਤ ਨੂੰ। ਫਿਰ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਵੀ ਬੱਚੇ ਕਿਵੇਂ ਕਰਦੇ ਹੋ, ਕਹਿੰਦੇ ਸਾਡੇ ਬੱਚੇ ਵੀ ਰਾਤ ਨੂੰ ਜਾਗਦੇ ਆ ਤਾਂ ਸਵੇਰ ਨੂੰ ਸੌਂਦੇ ਆ। ਸੋ ਪਤਾ ਨਹੀਂ ਉਹ ਵੀ ਕੀ ਕਰਨ, ਬੱਚੇ ਕੀ ਕਰਨ, ਨਾ ਜਾਣ ਆਉਣ ਨੂੰ ਕਿਤੇ ਜਗ੍ਹਾ ਆ, ਨਾ ਉਹ ਸਕੂਲ ਖੁੱਲੇ ਆ। ਹੁਣ ਸਕੂਲ ਖੁੱਲਣੇ ਵੀ ਆ, ਉੱਥੇ ਵੀ ਡਰ ਆ ਵੀ ਚਲੋ ਆਹ ਕਰੋਨਾ ਵਗੈਰਾ ਦਾ। ਪਰ ਜਿਹੜਾ ਸੋਸ਼ਲ ਮੀਡੀਆ, ਇਹ ਜਿਹੜੇ ਸਾਇੰਸਦਾਨ ਆ ਉਹਨਾਂ ਨੇ ਲੋਕਾਂ ਦੇ ਸੁੱਖ ਲਈ ਵੀ ਲੋਕੀ ਇਹਦੇ ਵਿੱਚੋਂ ਕੋਈ ਪ੍ਰਾਪਤ ਕਰਨਗੇ, ਚੰਗੀਆਂ ਗੱਲਾਂ ਕਰਨਗੇ, ਉਹ ਤਾਂ ਚੰਗੀਆਂ ਗੱਲਾਂ ਲਈ ਉਹਨਾਂ ਨੇ ਇਹਨੂੰ ਬਣਾਇਆ ਸੀ। ਪਰ ਜਿਹੜੇ ਮਾੜੇ ਲੋਕ ਆ ਇਹਨੂੰ ਮਿਸਯੂਜ਼ ਬਹੁਤ ਕਰਦੇ ਆ। ਇਹਦਾ ਮਿਸਯੂਜ਼ ਜਿਹੜਾ ਹੋਣਾ ਉਹ ਚੰਗੀ ਗੱਲ ਨਹੀਂ ਹੈਗੀ। ਯੂਜ਼ ਕਰੋ ਤਾਂ ਇਹ ਬਹੁਤ ਵਧੀਆ ਚੀਜ਼ ਆ। ਤੇ ਕੁਝ ਲੋਕਾਂ ਨੂੰ ਜਿਹੜੀਆਂ ਹੈਗੀਆਂ ਕੁਝ ਜੌਬਸ ਵੀ ਇਸੇ ਕਰਕੇ ਨਹੀਂ ਮਿਲੀਆਂ ਕਿਉਂਕਿ ਉਹਨਾਂ ਨੇ ਆਪਣੇ ਵਿਚਾਰ ਉੱਥੇ ਲਿਖਤੇ। ਕੁਝ ਚੋਰੀਆਂ ਵੀ ਹੋਈਆਂ ਕਿਉਂਕਿ ਉਹਨਾਂ ਨੇ ਆਪਣੀ ਸਾਰੀ ਹਾਂਜੀ, ਜਿੱਦਾਂ ਫੇਸਬੁੱਕ ਆ, ਸਾਰੇ ਲੋਕ ਹੁਣ ਜੇ ਸਾਨੂੰ ਸਾਡੀ ਫੇਸਬੁੱਕ ਤੇ ਫਰੈਂਡ ਆ, ਹੋ ਸਕਦਾ ਉਹ ਦਿਲ ਤੋਂ ਸਾਡੇ ਨਾਲ ਫਰੈਂਡ ਹੋਣ। ਜਦੋਂ ਅਸੀਂ ਪੋਸਟ ਪਾਉਂਦੇ ਆ, ਬੱਚਿਆਂ ਦੀ ਪਾਉਂਦੇ ਆ ਜਾਂ ਆਪਣੀ ਪਰਸਨਲ ਲਾਈਫ ਦੀ ਪਾਉਂਦੇ, ਵੀ ਡੋਂਟ ਨੋ ਵੀ ਉਹਨਾਂ ਦੇ ਦਿਲ ਦੇ ਵਿੱਚ ਕੀ ਆ। ਸੋ ਉਹ ਜਿਹੜੀਆਂ ਤੁਸੀਂ ਸੋਚ ਸਮਝ ਕੇ ਹੀ ਕਲਿੱਕ ਕਰਨਾ ਚਾਹੀਦਾ ਵੀ ਮੇਰਾ ਫਰੈਂਡ ਇਹ ਆ ਜਾਂ ਮੈਨੂੰ ਜਾਣਦਾ ਆ, ਬਹੁਤ ਨੇੜਿਓਂ ਜਾਣਦਾ, ਉਹਨਾਂ ਨੂੰ ਕਲਿੱਕ ਕਰਨਾ ਚਾਹੀਦਾ। ਨਾ ਕਿ ਤੁਸੀਂ ਆਮ ਹੀ ਜਿਹੜੇ ਕਿ ਤੁਹਾਨੂੰ ਰਿਕੁਐਸਟ ਭੇਜੀ ਤੁਸੀਂ ਕਲਿੱਕ ਕਰ ਦਿਓ। ਉਹਦੇ ਨਾਲ ਅਸੀਂ ਉਹਨਾਂ ਨੂੰ ਜਾਣਦੇ ਤਾਂ ਹੁੰਦੇ ਨਹੀਂ ਹੈ। ਪਰ ਜੇ ਤੁਸੀਂ ਐਜ਼ ਚੰਗਾ ਇਨਸਾਨ ਆ, ਜੇ ਤੁਸੀਂ ਉਹਦੇ ਫਰੈਂਡ ਵੀ ਬਣੇ ਆ, ਤੁਸੀਂ ਖੁਸ਼ੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਤੁਸੀਂ ਖੁਸ਼ੀ ਮਹਿਸੂਸ ਕਰਨੀ ਚਾਹੀਦੀ। ਇੱਦਾਂ ਨਹੀਂ ਵੀ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਕੁਝ ਹੋ ਰਿਹਾ, ਫੇਸਬੁੱਕ ਤੇ ਤੁਸੀਂ ਹੋਰ ਲਿਖਦੇ ਆ। ਜੇ ਕਿਸੇ ਨੇ ਇਨੋਸੈਂਟਲੀ ਆਪਣੀ ਇਨਫੋਰਮੇਸ਼ਨ ਦੇ ਹੀ ਦਿੱਤੀ, ਉਹਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ, ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਵੀ ਉਹਦਾ ਹੈਕ ਕਰਕੇ ਲੈ ਜਾਓ ਸਾਰਾ ਕੁਝ। ਦੈਟਸ ਨੋ ਗੁੱਡ। ਸੋ ਮੀਡੀਆ ਜਿਹੜਾ ਸੋਸ਼ਲ ਮੀਡੀਆ ਹੈ ਬਹੁਤ ਚੰਗੀ ਚੀਜ਼ ਹੈ। ਮਿੰਟਾਂ ਦੇ ਵਿੱਚ ਸਾਰੀ ਦੁਨੀਆ ਦੇ ਵਰਲਡ ਵਿੱਚ ਸਾਰਾ ਕੁਝ ਆਪਾਂ ਇੱਕ ਮਿੰਟ 'ਚ ਭੇਜ ਦਿੰਦੇ ਆ, ਲੋਕਾਂ ਨੂੰ ਪਤਾ ਲੱਗ ਜਾਂਦਾ ਆ। ਪਰ ਮਿਸਯੂਜ਼ ਤਾਂ ਜਿਹੜੇ ਹਾਈਕ ਕਰਦੇ ਆ ਜਾਂ ਕਿਸੇ ਦੀ ਇਨਫੋਰਮੇਸ਼ਨ ਪੈਸੇ ਕੱਢ ਲੈ, ਕਿਉਂਕਿ ਸਾਡੇ ਇਹ ਵੀ ਬਹੁਤ ਕੁਛ ਹੋਇਆ ਵੀ ਪੈਸੇ ਕੱਢ ਲੈਂਦੇ ਆ, ਬੈਂਕ 'ਚ ਲੈ ਜਾਂਦੇ ਆ ਵੀ ਤੇਰੇ ਪੈਸੇ TD ਬੈਂਕ 'ਚ ਆ, ਤੂੰ ਸਾਡੇ ਨਾਲ ਚੱਲ। ਨਾਲ ਤੂੰ ਫੋਨ ਤੇ ਗੱਲ ਕਰੀ ਜਾਂਦੇ ਆ, ਨਾਲ ਉਹ ਤੁਰੇ ਜਾਂਦਾ। ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਉਹ ਤਾਂ ਇਹਦੇ ਵਿਕਟਮ ਬਣ ਜਾਂਦੇ ਆ। ਜਿਹੜੇ ਲੋਕ ਸਿਆਣੇ ਆ, ਸਮਝਦੇ ਆ ਵੀ ਇਹ ਹੁਣ ਕੋਈ ਫਰਾਡ ਆ, ਉਹ ਬਚ ਜਾਂਦੇ ਆ। ਸੋਸ਼ਲ ਮੀਡੀਆ ਦੈਟਸ ਗੁੱਡ, ਬਟ ਮਿਸਯੂਜ਼ ਕਰਨ ਵਾਲਿਆਂ ਲਈ ਮੈਂ ਕਹਿੰਦੀ ਆ ਉਹ ਗਲਤ ਗੱਲ ਆ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਸ਼ਾਂਤੀ ਆਪਣੇ ਕੈਨੇਡਾ ਤੋਂ। ਤੁਸੀਂ ਵੀ ਜਿਹੜਾ ਹੈਗਾ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਟੈਲੀਫੋਨ ਲਾਈਨ ਸਾਡੀਆਂ ਖੁੱਲ੍ਹੀਆਂ ਹੈਗੀਆਂ 0121502404। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ, ਜਿਸ ਤਰ੍ਹਾਂ ਸ਼ਾਂਤੀ ਭੈਣ ਜੀ ਹੁਣਾਂ ਨੇ ਦੱਸਿਆ ਹੈਗਾ, ਇਹਦੇ ਬਹੁਤ ਫਾਇਦੇ ਵੀ ਹੈ। ਅਤੇ ਖਾਸ ਕਰਕੇ ਜਿਹੜੇ ਸਾਇੰਸਦਾਨਾਂ ਨੇ ਵਟਸਐਪ ਦੀ ਕਾਰਡ ਜਾਣੀ ਕੱਢੀ ਸੀ ਉਹਨਾਂ ਨੇ। ਹੈਲੋ ਜੀ, ਕੌਣ ਤੋਂ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ ਤੁਹਾਡਾ। ਹੈਲੋ ਜੀ, ਗੁੱਡ ਈਵਨਿੰਗ। ਮੈਂ ਚਾਂਦ ਬੋਲਦੀ ਲੰਡਨ ਤੋਂ। ਹਾਂਜੀ ਚਾਂਦ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਕਹਿਣਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਜਿਹੜੇ ਇਹ ਫੇਸਬੁੱਕ ਤੇ ਵਟਸਐਪ ਚੱਲੇ ਹੋਏ ਆ, ਹਾਂਜੀ, ਕਿਉਂਕਿ ਲੋਕੀ ਤਾਂ ਅੱਜ ਕੱਲ੍ਹ ਵਟਸਐਪ ਤੇ ਜਦੋਂ ਕੋਈ ਸ਼ਾਦੀ ਹੁੰਦੀ ਉੱਤੇ ਹੀ ਉਹ ਆਪਣਾ ਕਾਰਡ ਭੇਜ ਦਿੰਦੇ ਆ। ਹਾਂਜੀ ਹਾਂਜੀ। ਤੇ ਉਹ ਫਿਰ ਦੂਜੇ ਪਾਸੇ ਜਿਹੜੇ ਹੈਗੇ ਉਹ ਵੀ ਉੱਥੇ ਪੌੜ ਜਿਹੜੇ ਹੈਗੇ ਰੱਖ ਕੇ ਤੇ ਉਹਦੀ ਫੋਟੋ ਭੇਜ ਦਿੰਦੇ ਵੀ ਲਓ ਜੀ ਸ਼ਗਨ। ਇਹ ਨਵੀਂ ਗੱਲ ਸੁਣੀ ਹੈ। ਅੱਛਾ ਜੀ। ਇਹ ਹੁੰਦਾ ਆ ਔਰ ਇਹ ਸੱਚੀ ਗੱਲ ਆ। ਤੇ ਉਹ ਲੋਕੀ ਕਹਿੰਦੇ ਫਿਰ ਚਲੋ ਜੇ ਹੁਣ ਤੁਸੀਂ ਸਾਨੂੰ ਪੈਸੇ ਭੇਜ ਦਿੱਤੇ ਚੱਲ ਫਿਰ ਅਸੀਂ ਵੀ ਲੱਡੂ ਇੱਧਰੋਂ ਫੋਟੋ ਖਿੱਚ ਕੇ ਭੇਜ ਦਿੰਦੇ ਤੁਹਾਨੂੰ। ਅੱਛਾ, ਲੱਡੂ ਵੀ WhatsApp ਤੇ ਚੱਲ ਜਾਂਦੇ ਆ? ਲੱਡੂ ਵੀ WhatsApp ਤੇ ਚੱਲ ਜਾਂਦੇ। ਇਹਦਾ ਇਹ ਮੀਨਿੰਗ ਹੈਗਾ ਵੀ ਲੋਕਾਂ ਦੇ ਕੋਲ ਟਾਈਮ ਹੀ ਨਹੀਂ ਹੈ, ਲੋਕਾਂ ਦੇ ਕੋਲ ਸਹਿਨਸ਼ੀਲਤਾ ਨਹੀਂ ਹੈ। ਕਿ ਅੱਗੇ ਹੁੰਦੇ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਚਿੱਠੀਆਂ ਉਡੀਕਦੀਆਂ ਸੀ, ਸਾਡੇ ਭੈਣ ਭਰਾਵਾਂ ਦੀਆਂ ਚਿੱਠੀਆਂ ਆਉਣੀਆਂ ਆ ਤੇ ਉਹ ਪਿਆਰ ਹੁੰਦਾ ਸੀ, ਉਹ ਬੜੀ ਤੁਹਾਨੂੰ ਵੀ ਇੰਤਜ਼ਾਰ ਹੁੰਦਾ ਸੀ ਵੀ ਅੱਜ ਕਾਂ ਬੋਲਦਾ ਬਨੇਰੇ ਤੇ ਵੀ ਅੱਜ ਸਾਡੀ ਚਿੱਠੀ ਆਉਣੀ ਹੈ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਤਾਂ ਉਹ ਕਾਂ ਕੀ, ਹੁਣ ਤਾਂ ਵੀ ਕੁਛ ਵੀ ਨਹੀਂ ਬੋਲਦਾ ਤੇ ਲੋਕੀ ਤਾਂ ਵੀ ਫੋਨ ਕਰ ਦਿੰਦੇ ਇੱਕ ਮਿੰਟ ਵਿੱਚ। ਚਲੋ ਟੈਕਨੋਲੋਜੀ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਆ, ਬਹੁਤ ਜ਼ਿਆਦਾ ਹਾਈ ਹੋ ਗਈ ਆ, ਪਰ ਕਈ ਲੋਕ ਜਿਹੜੇ ਹੈਗੇ ਆ ਉਹ ਗਲਤ ਯੂਜ਼ ਕਰਦੇ ਆ। ਕਈ ਕੇਸਿਸ ਤਾਂ ਚਾਂਦ ਜੀ ਇੱਦਾਂ ਦੇ ਵੀ ਹੋਏ, ਇੱਥੇ ਸਾਈਬਰ ਬੁਲਿੰਗ ਹੋਈ ਹੈ ਬਹੁਤ ਸਾਰੀਆਂ, ਖਾਸ ਕਰਕੇ ਜਿਹੜੀਆਂ ਯੂਨੀਵਰਸਿਟੀ ਵਿੱਚ ਲੜਕੀਆਂ ਹੈਗੀਆਂ ਜਾਂ ਕਾਲਜ ਵਿੱਚ ਯਾਨੀ ਕਿ ਲੜਕੇ ਲੜਕੀਆਂ ਹੈਗੀਆਂ, ਉੱਥੇ ਲੜਕੀਆਂ ਨੂੰ ਕਈ ਸਾਈਬਰ ਬੁਲਿੰਗ ਕਹਿੰਦੇ ਹੈ। ਅਤੇ ਉਹਦੇ 'ਤੇ ਜਿਹੜਾ ਹੈਗਾ ਉਹਨੂੰ ਕਾਫੀ ਜਿਹੜਾ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ। ਕਈਆਂ ਦੀਆਂ
ਅਸ਼ਲੀਲ ਯਾਨੀ ਕਿ ਫੋਟੋ ਵੀ ਯਾਨੀ ਕਿ ਉੱਥੇ ਪਾ ਕੇ ਤੇ ਉਹਨਾਂ ਨੂੰ ਜਿਹੜਾ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਫੇਸਬੁੱਕਾਂ ਦੇ ਉੱਤੇ ਵੀ ਮੇਰੀ ਫਰੈਂਡ ਦੱਸ ਰਹੀ ਸੀ ਮੈਨੂੰ ਕੱਲ੍ਹ ਹੀ, ਮੈਨੂੰ ਕਹਿੰਦੀ ਵੀ ਉਹ ਮੇਰੇ ਨਾਂ ਤੇ ਮੇਰੀ ਫੋਟੋ ਤੇ ਕੋਈ ਯੂਜ਼ ਕਰ ਰਿਹਾ ਮੇਰਾ ਨਾਮ। ਮੈਂ ਕਿਹਾ ਅੱਛਾ, ਮੈਂ ਕਿਹਾ ਵੀ ਤੂੰ ਯੂ ਆਰ ਗੈਟਿੰਗ ਓਲਡ, ਵੀ ਯੂ ਆਰ ਨੀਅਰਲੀ 60 ਨਾਓ, ਵੀ ਤੇਰੇ ਵੀ ਉਹਨਾਂ ਕਹਿੰਦੀ ਪਤਾ ਨਹੀਂ, ਕਹਿੰਦੀ ਵੀ ਲੋਕਾਂ ਨੇ ਜੇ ਕੋਈ ਕੰਮ ਕਰਨਾ ਤਾਂ ਪੁੱਠਾ ਸਿੱਧਾ ਤਾਂ ਉਹਨਾਂ ਨੇ ਤਾਂ ਕਰੀ ਜਾਣਾ ਆ, ਪਰ ਤੁਸੀਂ ਕਿਸੇ ਵੀ ਚੀਜ਼ ਦੇ ਉੱਤੇ ਵੀ ਅੱਜ ਕੱਲ੍ਹ ਮੈਂ ਕਹਿੰਦੀ ਬਈ ਹਰ ਇੱਕ ਦੇ ਉੱਤੇ ਕੋਈ ਨਾ ਕੋਈ ਪ੍ਰੋਬਲਮ ਤਾਂ ਹੈਗੀ ਆ, ਕਿਉਂਕਿ ਲੋਕੀ ਜਿਹੜੇ ਹੈਗੇ ਪਤਾ ਨਹੀਂ ਉਹ ਕਿੱਦਾਂ ਦੇ ਕਿਹੜੀਆਂ ਵੀ ਕੰਟਰੀਆਂ ਦੇ ਵਿੱਚ ਹੈਗੇ। ਮੈਂ ਕਹਿੰਦੀ ਆ ਵੀ ਇਹਨਾਂ ਦੇ ਵਿੱਚ ਹੁਣ ਅੱਜ ਕੱਲ੍ਹ ਜਿਹੜੇ ਹੈਗੇ ਆ ਬੱਚਿਆਂ ਨੂੰ ਜੇ ਤੁਸੀਂ ਚੁੱਪ ਕਰਾਉਣਾ ਹੋਵੇ ਤੇ ਮਾਵਾਂ ਕਹਿੰਦੀਆਂ ਲੈ ਫੜ ਵੀ ਟੈਲੀਫੋਨ ਤੇ ਤੂੰ ਖੇਲੀ ਜਾ ਇੱਥੇ। ਬਿਲਕੁਲ ਹਾਂ, ਇਹ ਜਿਹੜੀਆਂ ਇਹ ਗਲਤ ਚੀਜ਼ਾਂ ਆ, ਇਹ ਬਹੁਤ ਗਲਤ। ਹੁਣ ਸਾਡੇ ਘਰ ਦੇ ਵਿੱਚ ਵੀ ਮੇਰੇ ਹਸਬੈਂਡ ਜਿਹੜੇ ਆਲ ਦੀ ਟਾਈਮ ਉਹ ਕੈਂਡੀ ਕ੍ਰਸ਼ ਹੀ ਖੇਲਦੇ ਰਹਿੰਦੇ, ਮੈਂ ਉਹਨਾਂ ਦੇ ਕੋਲੋਂ ਆਈਪੈਡ ਖੋਹਦੀ ਰਹਿੰਦੀ ਆ, ਨਹੀਂ ਤੁਸੀਂ ਖੇਲਣੀ ਨਹੀਂ ਖੇਲਣੀ। ਇਹ ਪਤਾ ਨਹੀਂ ਜਿੱਦਾਂ ਨਾ ਵੀ ਨਸ਼ਾ ਜਿਹਾ ਹੋ ਜਾਂਦਾ, ਐਡਿਕਸ਼ਨ ਹੋ ਜਾਂਦੀ ਹੈ, ਬਹੁਤ ਜ਼ਿਆਦੀ ਐਡਿਕਸ਼ਨ ਹੈਗੀ ਆ। ਤੋ ਵੀ ਇਹ ਤੁਸੀਂ ਉਹਨਾਂ ਤੋਂ ਵੀ ਕਈ ਵਾਰੀ ਤੁਸੀਂ ਸਟਾਪ ਕਰਦੇ ਆ, ਪਰ ਉਹ ਨਹੀਂ ਹੁੰਦੀ। ਜਿਹਦੇ ਲੋਕਾਂ ਨੂੰ ਸ਼ਰਾਬ ਪੀਣ ਦੀ ਹੁੰਦੀ ਆ, ਉਹੀ ਹਿਸਾਬ ਕਿਤਾਬ ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਬੜਾ ਸ਼ੌਕੀਆ ਹੋ ਗਿਆ। ਚੱਲ ਲੋਕੀ ਬੜੇ ਖੁਸ਼ ਹੁੰਦੇ ਜੀ ਸਾਡੇ ਬੱਚੇ ਕੰਪਿਊਟਰ ਚਲਾ ਲੈਂਦੇ ਆ, ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਬੱਚੇ ਜਿਹੜੇ ਹੈਗੇ ਆ ਇਹ ਛੋਟੇ ਹੀ ਸਾਲ ਦੇ 2 ਸਾਲ ਦੇ ਹੀ ਉਹ ਲੈ ਕੇ ਗੇਮਾਂ ਲੈ ਕੇ ਬਹਿ ਜਾਂਦੇ ਆ ਤੇ ਚੱਲ ਖੇਲੀ ਚੱਲੋ, ਤੇ ਮਾਵਾਂ ਕੰਮ ਕਰ ਲੱਗ ਪੈਂਦੀਆਂ ਜਾਂ ਆਪ ਫੋਨਾਂ ਤੇ ਗੱਲਾਂ ਕਰਦੀਆਂ ਰਹਿੰਦੀਆਂ ਵੀ ਚੱਲ ਇਹ ਇੱਕ ਪਾਸੇ ਹੋਇਆ। ਉਹਨੂੰ ਇਹ ਨਹੀਂ ਪਤਾ ਵੀ ਇਹ ਕਿੰਨਾ ਹਾਨੀਕਾਰਕ ਹੈਗਾ ਬੱਚਿਆਂ ਵਾਸਤੇ, ਕਿੰਨਾ ਨੁਕਸਾਨਦਾਇਕ ਆ। ਚੀਜ਼ਾਂ ਤਾਂ ਬਹੁਤ ਚੱਲ ਗਈਆਂ, ਬਹੁਤ ਚੱਲੀਆਂ ਹੋਈਆਂ ਆ ਚੀਜ਼ਾਂ ਤਾਂ ਵੀ ਇੰਨੀਆਂ ਵੀ ਚੱਲੀਆਂ ਹੋਈਆਂ ਵੀ ਤੁਸੀਂ ਘਰ ਬੈਠੇ ਹੀ ਸ਼ਾਪਿੰਗ ਕਰ ਸਕਦੇ, ਇਹ ਕਰ ਸਕਦੇ, ਉਹ ਕਰ ਸਕਦੇ ਆ, ਸਾਰਾ ਕੁਝ ਹੀ ਫੇਸਬੁੱਕ ਹੈਗੇ, ਵਟਸਐਪ ਹੈਗੇ ਆ, ਹੋਰ ਬੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਤੁਸੀਂ ਆਪਣੇ ਘਰ ਬੈਠੇ ਹੀ ਦੇਖ ਸਕਦੇ ਆ। ਪਰ ਉਹਨਾਂ ਚੀਜ਼ਾਂ ਦਾ ਨੁਕਸਾਨ ਵੀ ਹੈ, ਜਿੱਥੇ ਫਾਇਦਾ ਉੱਥੇ ਨੁਕਸਾਨ ਵੀ ਆ। ਇਹਦਾ ਤੁਸੀਂ ਫਿਰ ਵੇ ਆਊਟ ਕੀ ਲੱਭਦੇ ਹੈਗੇ ਆ ਵੀ ਕੀ ਕਰਨਾ ਚਾਹੀਦਾ? ਵੈਲ ਵੇ ਆਊਟ ਕੀ, ਹੁਣ ਤਾਂ ਜੇ ਤੁਸੀਂ ਕਿਸੇ ਨੂੰ ਕਹੋਗੇ ਵੀ ਤਾਂ ਉਹ ਕਹੂਗਾ ਤੂੰ ਪਾਗਲ ਆ। ਇਹ ਵੀ ਨਾ ਜੇ ਤੁਸੀਂ ਕਿਸੇ ਨੂੰ ਸਲਾਹ ਦਓਗੇ ਵੀ ਤਾਂ ਉਹ ਕਹੂਗਾ ਤੂੰ ਪਾਗਲ ਆ, ਮੈਂ ਪਾਗਲ ਨਹੀਂ ਤੂੰ ਪਾਗਲ ਆ, ਵੀ ਮੈਂ ਤਾਂ ਵੀ ਇੱਥੇ ਹੀ ਵੀ ਮਤਲਬ ਕਿ ਅੱਜ ਕੱਲ੍ਹ ਬੜੀ ਮਾਡਰਨ ਜ਼ਮਾਨਾ ਆ, ਤੂੰ ਕਿਹੜੇ ਗੱਲਾਂ ਕਰਦੀ ਆ। ਠੀਕ ਆ ਐਕਚੁਅਲੀ ਦੈਟਸ ਦੀ ਰੀਜ਼ਨ, ਕਿਉਂਕਿ ਆਪਾਂ ਕਿਸੇ ਨੂੰ ਵੀ ਸਟਾਪ ਨੇ। ਅੱਜ ਕੱਲ੍ਹ ਤਾਂ ਜਿਹੜੇ ਹੈਗੇ ਆ ਨਿਆਣੇ ਉਹ ਵੀ ਸਿਆਣੇ, ਉਹ ਕਹਿੰਦੇ ਨਹੀਂ ਸਾਡੇ ਮਾਂ ਬਾਪ ਗਲਤ ਆ, ਅਸੀਂ ਤਾਂ ਆਪਣੇ ਆਪ ਤੇ ਜੋ ਵੀ ਅਸੀਂ ਕਰਦੇ ਅਸੀਂ ਤਾਂ ਉਹ ਕਰਨਾ। ਥੈਂਕ ਯੂ ਜੀ। ਹਾਂਜੀ, ਬਹੁਤ ਮਿਹਰਬਾਨੀ ਥੈਂਕ ਯੂ ਜੀ। ਇਹ ਤਾਂ ਸੀ ਚਾਂਦ ਜੀ ਲੰਡਨ ਤੋਂ, ਤੁਸੀਂ ਵੀ ਟੈਲੀਫੋਨ ਕਰਕੇ ਸਾਡੇ ਨਾਲ ਸੰਵਾਦ ਰਚਾ ਸਕਦੇ ਆ। ਬਹੁਤ ਸਾਰੀ ਗੱਲਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਆ ਰਹੀਆਂ ਹੈਗੀਆਂ, ਕਿਉਂਕਿ ਇੱਕ ਤਾਂ ਐਡਿਕਸ਼ਨ ਦੀ ਯਾਨੀ ਕਿ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਦੂਸਰੀ ਬਲੈਕਮੇਲਿੰਗ ਦੀ ਜਿਹੜੀ ਹੈਗੀ ਆ ਬਹੁਤ ਹੀ ਘਿਨੌਣੀਆਂ ਹਰਕਤਾਂ। ਕੁਛ ਕੇਸਿਸ ਨੂੰ ਮੈਂ ਜਾਤੀ ਤੌਰ 'ਤੇ ਵੀ ਜਾਣਦਾ, ਜਿਹਨਾਂ ਜਿਹਦੇ ਵਿੱਚ ਕੁਛ ਲੜਕੀਆਂ ਨੂੰ ਕਿਸੇ ਹੋਰ ਦੇ ਨਾਲ ਜਿਹੜਾ ਸੀਗਾ ਜੋੜ ਕੇ ਫੋਟੋ 'ਤੇ ਉਹਦੀਆਂ ਬਦਨਾਮੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਅਤੇ ਕੁਛ ਲੋਕਾਂ ਨੂੰ ਮੁਕੱਦਮੇਬਾਜ਼ੀ ਵਿੱਚ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਅਤੇ ਉਹ ਜਿਹੜੇ ਲੋਕ ਸੀਗੇ ਉਸ ਸਮੇਂ ਦੇ ਵਿੱਚ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਜੀ? ਵੈਲਕਮ ਹੈ ਜੀ। ਮੈਂ ਸੁਖਦੇਵ ਸਿੰਘ ਬਾਂਸਲ ਲੈਸਟਰ ਤੋਂ ਬੋਲ ਰਿਹਾ ਜੀ। ਬਾਂਸਲ ਸਾਹਿਬ ਕੀ ਕਹਿਣਾ ਚਾਹੋਗੇ ਸੋਸ਼ਲ ਨੈਟਵਰਕਿੰਗ ਬਾਰੇ? ਤੁਸੀਂ ਹੁਣੇ ਹੀ ਸਵਾਲ ਕੀਤਾ ਸੀ ਕਿ ਇਹਦਾ ਆਊਟਲੈਟ ਕੀ ਹੈਗਾ, ਇਹਦਾ ਹੱਲ ਕੀ ਹੈਗਾ। ਹਾਂਜੀ ਮਲਹੋਤਰਾ ਸਾਹਿਬ, ਇਨਸਾਨ ਨੂੰ ਸੰਜਮ ਦੇ ਨਾਲ, ਸੰਜਮ ਦੇ ਵਿੱਚ ਰਹਿ ਕੇ ਜਿਉਣਾ ਚਾਹੀਦਾ ਜੀ। ਹਾਂਜੀ, ਜਿਹੜੀ ਸਾਡੀ ਲਾਈਫ ਹੈਗੀ ਆ ਨਾ, ਉਹ ਜਿਹੜੀ ਸਾਡੀ ਐਜੂਕੇਸ਼ਨ ਆ ਜਾਂ ਇਹ ਜਿਹੜੀਆਂ ਨਵੀਆਂ ਕਾਢਾਂ ਹੈਗੀਆਂ, ਇਹਨਾਂ ਨੇ ਬੜੀ ਫਾਸਟ ਕਰ ਦਿੱਤੀ ਜੀ। ਮਨੁੱਖ ਜਿਹੜਾ ਹੈਗਾ ਆਪਣੇ ਪੈਰਾਂ ਤੋਂ ਉਖੜਦਾ ਜਾ ਰਿਹਾ ਜੀ। ਉਹਦੀਆਂ ਜਿਹੜੀਆਂ ਕਦਰਾਂ ਕੀਮਤਾਂ ਸੀ, ਜਿਹੜੇ ਰਿਲੇਸ਼ਨਸ਼ਿਪ ਸੀ, ਜਿਹੜੇ ਪਿਆਰ ਸੀਗੇ, ਉਹ ਲੋਪ ਹੁੰਦੇ ਜਾ ਰਹੇ ਨੇ। ਇਸ ਕਰਕੇ ਜਿਹੜੀਆਂ ਨਵੀਆਂ ਕਾਢਾਂ ਹੈਗੀਆਂ ਜੀ, ਇਹਨਾਂ ਦੇ ਉੱਤੇ ਜਿੱਦਾਂ ਖਾਣ ਪੀਣ ਦੇ ਵਿੱਚ ਸੰਜਮ ਵਰਤਣ ਦੀ ਲੋੜ ਹੈਗੀ ਆ, ਇਸੇ ਤਰ੍ਹਾਂ ਇਹਦਾ ਪ੍ਰਯੋਗ ਵੀ ਬੜੀ ਸੰਜਮ ਨਾਲ ਕਰਨ ਦੀ ਲੋੜ ਹੈ। ਜਿੱਥੇ ਲੋੜ ਹੈ ਲੋਕਾਂ ਨੇ ਇਹ ਘਿਲਾਉਣਾ ਹੀ ਬਣਾ ਲਿਆ ਜੀ। ਔਰ ਜਿੱਦਾਂ ਕਦੇ ਸ਼ਰਾਬ ਨਿਕਲੀ, ਸ਼ਰਾਬ 'ਚ ਗਲਤਾਨ ਹੋ ਗਏ, ਹੁਣ ਜੀ ਇੰਟਰਨੈਟ ਨਿਕਲਿਆ, ਇੰਟਰਨੈਟ ਦੇ ਵਿੱਚ ਗਲਤਾਨ ਹੋ ਗਏ। ਸਾਨੂੰ ਇਹਨਾਂ ਗੱਲਾਂ ਤੋਂ ਹਟ ਕੇ ਚੱਲਣ ਦੀ ਲੋੜ ਆ, ਸੋਚਣ ਦੀ ਲੋੜ ਹੈ ਕਿ ਅਸੀਂ ਹੈ ਕੀ ਆ। ਅਸੀਂ ਇਹ ਨਹੀਂ ਹੈਗੇ ਕਿ ਵੀ ਅਸੀਂ ਕਿਸੇ ਨਾ ਕਿਸੇ ਆਦਤ ਦੇ ਵਿੱਚ ਹਮੇਸ਼ਾ ਹੀ ਗਲਤਾਨ ਰਹੀਏ। ਸਾਡੀ ਜਿਹੜੀ ਹੋਂਦ ਹੈਗੀ ਆ ਉਹ ਬੜੀ ਬ੍ਰਹਿਮੰਡ ਨਾਲ ਜੁੜੀ ਹੋਈ ਸਾਡੀ ਹੋਂਦ ਹੈਗੀ ਆ, ਉਹਨੂੰ ਪਹਿਚਾਨਣ ਦੀ ਲੋੜ ਹੈ। ਨਾ ਕਿ ਆਪਣੇ ਆਪ ਨੂੰ ਸੰਸਾਰ ਦੇ ਅੰਦਰ ਇਸ ਤਰ੍ਹਾਂ
ਇਸ ਤਰ੍ਹਾਂ ਜਿਹੜਾ ਮਰਜ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਕਿ ਇੰਟਰਨੈਟ ਤੇ ਹੋਰ ਜਿਹੜੇ ਸਾਧਨ ਤੇ ਵਸੀਲੇ ਹੈਗੇ ਆ ਉਸ ਮਨੁੱਖ ਨੂੰ ਉਲਝਾ ਰਹੇ ਨੇ ਸੰਸਾਰ ਦੇ ਨਾਲ। ਮਨੁੱਖ ਆਪਣੀ ਹਸਤੀ ਨੂੰ ਪਛਾਣ ਨਹੀਂ ਰਿਹਾ। ਮਨੁੱਖ ਇੱਕ ਕੰਪਿਊਟਰ ਦੀ ਤਰ੍ਹਾਂ ਬਣ ਗਿਆ ਜੀ। ਜਿੱਦਾਂ ਕੰਪਿਊਟਰ ਐਕਟ ਕਰਦਾ ਜੀ, ਇਸੇ ਤਰ੍ਹਾਂ ਅਸੀਂ ਐਕਟ ਕਰ ਲਏ ਜੀ। ਸਾਡੇ ਅੰਦਰੋਂ ਇਨਸਾਨੀਅਤ ਮੁੱਕਦੀ ਜਾ ਰਹੀ ਜੀ, ਕਿਉਂਕਿ ਅਸੀਂ ਡੀਪ ਡਾਊਨ ਰੀਅਲਾਈਜ਼ ਨਹੀਂ ਕੀਤਾ ਕਿ ਅਸੀਂ ਇਹ ਸੰਸਾਰ ਦਾ ਸਿਰਫ ਭੋਗਣ ਵਾਲੇ ਹੀ ਨਹੀਂ, ਸੰਸਾਰ ਨੂੰ ਚਲਾਉਣ ਵਾਲੀ ਅਵੇਅਰਨੈਸ ਦੇ ਮਾਲਕ ਹਾਂ। ਅਸੀਂ ਇਹ ਚੀਜ਼ਾਂ ਦੇ ਗੁਲਾਮ ਬਣਦੇ ਜਾ ਰਹੇ ਜੀ। ਸਾਨੂੰ ਇਸ ਗੁਲਾਮੀ ਤੋਂ ਉੱਪਰ ਉੱਠਣ ਦੀ ਲੋੜ ਹੈਗੀ ਆ ਕਿ ਇਸ ਚੀਜ਼ਾਂ ਨੂੰ ਬਣਾਉਣ ਵਾਲੇ, ਇਹਦੇ ਕਰਤਾ ਧਰਤਾ ਅਸੀਂ ਹਾਂ। ਇਹਨਾਂ ਦਾ ਪ੍ਰਯੋਗ ਕਰੋ ਗੱਡੀਆਂ ਮੋਟਰਾਂ ਦਾ, ਇੰਟਰਨੈਟ ਦਾ ਲੋੜ ਅਨੁਸਾਰ, ਨਾ ਕਿ ਅਸੀਂ ਉਹਨਾਂ ਦੇ ਗੁਲਾਮ ਹੋ ਕੇ ਰਹਿ ਜਾਈਏ। ਮਨੁੱਖਤਾ ਇੱਕ ਬੜੀ ਵੱਡੀ ਗੁਲਾਮੀ ਦੇ ਅੰਦਰ ਧੱਸਦੀ ਜਾ ਰਹੀ ਹੈ। ਜਿਹੜੀ ਸਾਡੀ ਤਰੱਕੀ ਜੇ ਉਹ ਸਾਡੇ ਲਈ ਘਾਤਕ ਹੁੰਦੀ ਜਾ ਰਹੀ ਜੇ, ਕਿਉਂਕਿ ਮਨੁੱਖ ਜਿਹੜਾ ਆਪਣੀ ਹੋਂਦ ਪ੍ਰਤੀ ਸੁਚੇਤ ਨਹੀਂ ਜੇ ਕਿ ਇਹ ਕੰਪਿਊਟਰ ਐਰਾ ਵਗੈਰਾ ਪੈਦਾ ਕਰਨ ਵਾਲਾ ਜੀ, ਨਾ ਕਿ ਇਹਨਾਂ ਦੀ ਗੁਲਾਮੀ ਭੁਗਤਣ ਵਾਲਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਉਹ ਜਿਹੜੀ ਗੁਲਾਮੀ ਅਸੀਂ ਭੁਗਤ ਰਹੇ ਜੇ, ਉਹਦੇ ਨਤੀਜੇ ਜਿਹੜੇ ਜੇ ਉਹ ਸਾਡੇ ਲਈ ਘਾਤਕ ਸਾਬਤ ਹੋ ਰਹੇ ਨੇ ਔਰ ਹੋਣਗੇ ਵੀ। ਇਸ ਲਈ ਥੋੜਾ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਸੰਸਾਰ ਨੂੰ ਸੰਜਮ ਦੇ ਨਾਲ ਵਰਤੋ। ਖਾਣਾ ਪੀਣਾ ਹੰਡਾਉਣਾ ਸਾਡਾ ਸੰਜਮ ਵਿੱਚ ਹੋਣਾ ਚਾਹੀਦਾ ਜੀ। ਲੋੜ ਅਨੁਸਾਰ ਹੀ ਪ੍ਰਯੋਗ ਕਰੋ, ਇਹਨਾਂ ਦੇ ਵਿੱਚ ਗੁਲਤਾਨ ਨਾ ਹੋਵੋ। ਥੈਂਕ ਯੂ ਬਾਂਸਲ ਸਾਹਿਬ। ਬਾਂਸਲ ਸਾਹਿਬ ਬਹੁਤ ਮਿਹਰਬਾਨੀ। ਬਹੁਤ ਹੀ ਬੜਮੁੱਲੇ ਵਿਚਾਰ ਬਾਂਸਲ ਸਾਹਿਬ ਨੇ ਦਿੱਤੇ ਹੈਗੇ ਆ। ਗੱਲ ਬਿਲਕੁਲ ਠੀਕ ਹੈਗੀ ਆ, ਸੰਜਮ ਵਿੱਚ ਵਰਤਣ ਦੀ ਜ਼ਰੂਰਤ ਆ। ਇਹ ਨਾ ਹੋਵੇ ਵੀ ਅਸੀਂ ਇਹਨਾਂ ਗੈਜਟਸ ਦੇ ਅਸੀਂ ਗੁਲਾਮ ਬਣ ਜਾਈਏ ਅਤੇ ਸਾਡੀ ਜਿਹੜੀ ਹੈਗੀ ਆ ਹੋਂਦ ਆ ਉਹਦੇ 'ਤੇ ਇੱਕ ਕਿਸਮ ਦਾ ਇਹ ਧਾਵਾ ਬੋਲ ਦੇਵੇ ਅਤੇ ਅਸੀਂ ਅਡਿਕਸ਼ਨ, ਜਿਸ ਤਰ੍ਹਾਂ ਪਹਿਲਾਂ ਵੀ ਚਾਂਦ ਹੋਣਾ ਨੇ ਗੱਲ ਕੀਤੀ ਸੀ, ਅਡਿਕਸ਼ਨ ਸਾਨੂੰ ਨਾ ਹੋ ਜਾਵੇ ਅਤੇ ਅਸੀਂ ਜਿਹੜਾ ਹੈਗਾ ਇਸ ਤਰ੍ਹਾਂ ਨਾ ਹੋਵੇ ਅਤੇ ਇਹ ਤੋਂ ਬਿਨਾਂ ਅਸੀਂ ਸਾਹ ਨਹੀਂ ਲੈ ਸਕਦੇ। ਅਤੇ ਉਹਦੇ ਨਾਲ ਜਿਹੜਾ ਸਾਡੀ ਮਾਨਸਿਕ ਸਿਹਤ 'ਤੇ ਵੀ ਅਤੇ ਸਾਡੀ ਫਿਜ਼ੀਕਲ ਜਿਹੜੀ ਹੈਲਥ ਹੈਗੀ ਆ ਉਹਦੇ 'ਤੇ ਬਹੁਤ ਭੈੜਾ ਅਸਰ ਪੈ ਸਕਦਾ। ਅਤੇ ਸਭ ਤੋਂ ਭੈੜਾ ਅਸਰ ਜਾਣੀ ਕਿ ਮੈਂ ਸਮਝਦਾ ਵੀ ਇਸ ਚੀਜ਼ ਦਾ ਸਾਡੇ ਇਨਸਾਨੀ ਰਿਸ਼ਤਿਆਂ 'ਤੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਨਮਸਕਾਰ ਡਾਕਟਰ ਸਾਹਿਬ। ਹਾਂ ਜੀ, ਕੀ ਕਹਿਣਾ ਚਾਹੋਗੇ? ਜੀ ਇਹ ਮੁੱਦਾ ਜਿਹੜਾ ਜੀ, ਦੇਖੋ ਇਹ ਤਾਂ ਸਾਇੰਸ ਹੈ, ਸਾਇੰਸ ਨੇ ਤਰੱਕੀ ਕਰ ਲਈ ਹੈ ਜੀ। ਹਾਂਜੀ। ਤੇ ਅੱਗੇ ਤੁਸੀਂ ਚਿੱਠੀ ਪਾਉਂਦੇ ਸੀ, ਕਿਤੇ 6 ਮਹੀਨਿਆਂ 'ਚ ਇੱਕ ਚਿੱਠੀ ਪਾਉਂਦੀ ਸੀ, ਆਉਂਦੀ ਸੀ, ਤੇ ਹੁਣ ਤੁਸੀਂ ਭਾਵੇਂ ਮਿੰਟ ਦੀ ਸਕਿੰਟ ਸਾਰੀ ਦੁਨੀਆ 'ਚੋਂ ਖਬਰ ਲੈ ਵੀ ਸਕਦੇ ਆ। ਹਾਂਜੀ ਹਾਂਜੀ। ਤੇ ਦੂਸਰਾ ਇਹ ਗੱਲ ਹੈਗੀ ਹੈ ਕਿ ਜਿਹੜਾ ਦੇਖੋ ਹੁਣ ਫਰਜ਼ ਕਰੋ ਇੱਕ ਆਦਮੀ ਕੋਲ ਆ, ਉਹ ਕਿਤੇ ਜਾ ਰਿਹਾ ਬਾਹਰ, ਹਰ ਵੇਲੇ ਉਹਨੂੰ ਘਰ ਦੀ ਖਬਰ ਮਿਲਦੀ ਰਹਿੰਦੀ ਹੈ ਕਿ ਤੁਸੀਂ ਕਿੱਥੇ ਆ, ਕੀ ਕਰਦੇ ਆ, ਕੀ ਨਹੀਂ। ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ। ਅਗਰ ਕਿਸੇ ਕੋਈ ਆਦਮੀ ਕਾਰ ਚਲਾ ਰਿਹਾ, ਉਹਦਾ ਐਕਸੀਡੈਂਟ ਹੋ ਜਾਂਦਾ, ਉਹ ਇੱਕਦਮ ਦੱਸ ਦਿੰਦਾ ਘਰ ਕਿ ਏਦਾਂ ਦਾ ਮੇਰਾ ਹੈਪਨ ਹੋ ਗਿਆ। ਇਹਦੇ ਫਾਇਦੇ ਵੀ ਬਹੁਤ ਹੈ, ਨੁਕਸਾਨ ਵੀ ਬਹੁਤ ਹੈਗੇ ਆ। ਹਾਂਜੀ ਹਾਂਜੀ। ਤੇ ਇਸ ਕਰਕੇ ਜਿਹੜੀ ਚੀਜ਼ ਹੈ ਨਾ, ਕੋਈ ਵੀ ਚੀਜ਼ ਹੈਗੀ ਆ ਉਹਨੂੰ ਤੁਸੀਂ ਐਜ਼ ਜੇ ਤੁਹਾਡੇ ਲਈ ਹਾਨੀਕਾਰਕ ਆ, ਉਸ ਚੀਜ਼ ਵੱਲ ਤੁਸੀਂ ਧਿਆਨ ਨਾ ਦਿਓ। ਜਿਸ ਚੀਜ਼ ਦਾ ਤੁਹਾਨੂੰ ਫਾਇਦਾ ਉਹਦੇ ਵੱਲ ਤੁਸੀਂ ਦਿਓ। ਹੁਣ ਦੇਖੋ ਟੈਲੀਵਿਜ਼ਨ ਹੈ, ਹੁਣ ਟੈਲੀਵਿਜ਼ਨ ਦੇ ਵਿੱਚ ਮੈਂ ਤੁਹਾਨੂੰ ਦੇਖ ਰਿਹਾ, ਠੀਕ ਹੈ ਕਿ ਨਹੀਂ। ਤੁਸੀਂ ਮੇਰੇ ਨਾਲ ਗੱਲਬਾਤ ਵੀ ਕਰ ਸਕਦੇ, ਟੈਲੀਫੋਨ ਤੇ ਵੀ ਕਰ ਸਕਦੇ ਆ, ਫੇਸ ਟੂ ਫੇਸ ਗੱਲ ਕਰ ਸਕਦੇ ਆ ਕਿ ਇਹ ਚੀਜ਼ ਇਹਨਾਂ ਦਾ ਫਾਇਦਾ ਹੈਗਾ ਆ। ਲੇਕਿਨ ਜੇ ਅਸੀਂ ਇਹਨਾਂ ਚੀਜ਼ਾਂ ਦਾ ਨਜਾਇਜ਼ ਫਾਇਦਾ ਕਰਾਂਗੇ WhatsApp, ਫੇਰ ਤੱਕ ਉਹ ਨੁਕਸਾਨ ਹੈਗਾ ਹੀ ਹੈਗਾ ਆ। ਹੁਣ ਬੱਚੇ ਆ, ਬੱਚੇ ਨੂੰ ਪਹਿਲਾਂ ਤਾਂ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਦੇਣਾ ਹੀ ਨਹੀਂ ਚਾਹੀਦਾ, ਕਿਉਂਕਿ ਇਹਦੇ ਵਿੱਚ ਜਿਹੜੀ ਇਹਦੀ ਵੇਵਜ਼ ਹੈ ਨਾ, ਉਹਦੇ ਰੇਡੀਏਸ਼ਨ ਬਹੁਤ ਬੱਚੇ ਲਈ ਖਤਰਨਾਕ ਆ। ਇਹ ਤੋਂ ਬਿਨਾਂ ਵੀ ਮਾਨ ਸਾਹਿਬ, ਜਾਣੀ ਕਿ ਜੇ ਰਾਤ ਨੂੰ ਤੁਸੀਂ ਜਿਹੜਾ ਟੈਲੀਫੋਨ ਆਪਣਾ ਮੋਬਾਈਲ ਵਗੈਰਾ ਆਪਣੇ ਬੈਡਰੂਮ ਵਿੱਚ ਰੱਖੇ ਹੋਣ ਤਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ। ਹਾਂਜੀ ਹਾਂਜੀ, ਉਹ ਸਾਈਡ ਹਾਂਜੀ ਦੂਰ ਰੱਖਣਾ ਚਾਹੀਦਾ। ਉਹ ਕਈ ਲੋਕ ਨਾ ਕਿਤੇ ਨਾ ਉਧਰ ਚਾਰਜ ਲਾਉਂਦੇ ਤੇ ਨਾਲ ਰੱਖਿਆ ਹੁੰਦਾ, ਕਈ ਬਲੋ ਅਪ ਹੋਏ ਆ। ਬਿਲਕੁਲ ਹੋਏ ਹੈ। ਯੈਸ ਯੈਸ ਯੈਸ। ਕਰਕੇ ਬਹੁਤ ਡੇਂਜਰਸ ਚੀਜ਼ ਹੈ, ਕੋਈ ਇਹਨੂੰ ਤਰੀਕੇ ਦੇ ਨਾਲ ਵਰਤਣਾ ਚਾਹੀਦਾ ਹੈਗਾ। ਇਸੇ ਕਰਕੇ ਤਾਂ ਇਹਦੇ ਫਾਇਦੇ ਬਹੁਤ ਹੈਗੇ ਆ। ਫਾਇਦੇ ਦਾ ਮਤਲਬ ਇਹ ਹੈ ਕਿ ਤੁਸੀਂ ਦੇਖੋ ਇਹਦੇ ਤੇ ਤੁਸੀਂ ਇੰਟਰਨੈਟ ਤੇ ਕੋਈ ਵੀ ਨਿਊਜ਼, ਇੰਟਰਨੈਟ ਤੇ ਤੁਸੀਂ ਕੋਈ ਵੀ ਖਬਰ, ਇੰਟਰਨੈਟ ਤੇ ਤੁਸੀਂ ਆਪਣੇ ਯੂਨੀਵਰਸਿਟੀ ਦੇ ਪੇਪਰ, ਯੂਨੀਵਰਸਿਟੀ ਦਾ ਸਾਰਾ ਕੁਝ ਕਰ ਸਕਦੇ ਆ, ਪੜ੍ਹ ਵੀ ਸਕਦੇ ਆ, ਖਬਰ ਦੁਨੀਆ ਦੀ ਪੜ੍ਹ ਸਕਦੇ ਆ। ਲੇਕਿਨ ਨੁਕਸਾਨ ਤਾਂ ਹਰੇਕ ਚੀਜ਼ ਦੇ ਆ। ਹੁਣ ਜੇ ਤੁਸੀਂ ਕਿਤੇ ਨਾ ਦਵਾਈਆਂ ਜਿਹੜੀ ਹੈ ਨਾ,
ਉਹ ਡਾਕਟਰ ਦਵਾਈ ਦਿੰਦਾ ਤੁਹਾਨੂੰ ਇੱਕ ਚਮਚਾ ਸਵੇਰੇ, ਇੱਕ ਦੁਪਹਿਰ ਨੂੰ, ਇੱਕ ਸ਼ਾਮ ਨੂੰ। ਜੇ ਤੁਸੀਂ ਇੱਕੋ ਵਾਰੀ ਬੋਤਲ ਪੀ ਲਓ ਤਾਂ ਫਿਰ ਨੁਕਸਾਨ ਹੈ। ਅੱਛਾ, ਇਹ ਤੋਂ ਬਿਨਾਂ ਮਾਨ ਸਾਹਿਬ, ਜਾਣੀ ਕਿ ਇੱਕ ਤਾਂ ਜਿਹੜੀ ਤੁਸੀਂ ਗੱਲ ਕੀਤੀ ਬਹੁਤ ਹੀ ਜਿਹੜੀ ਹੈਗੀ ਅਹਿਮ ਗੱਲ ਹੈਗੀ ਆ ਵੀ ਇਹ 'ਤੇ ਇੰਟਰਨੈਟ 'ਤੇ ਇਨਫੋਰਮੇਸ਼ਨ ਬਹੁਤ ਹੈ, ਪਰ ਇਹਦੇ 'ਤੇ ਸਹੀ ਇਨਫੋਰਮੇਸ਼ਨ ਵੀ ਬਹੁਤ ਹੈ ਅਤੇ ਗਲਤ ਇਨਫੋਰਮੇਸ਼ਨ ਵੀ ਬਹੁਤ ਹੈ। ਉਹ ਤਾਂ ਹੈਗੀ ਹੈ, ਗਲਤ ਇਨਫੋਰਮੇਸ਼ਨ ਤਾਂ ਹੈਗੀ ਆ, ਕਿਉਂਕਿ ਕਈ ਜਿਹੜੇ ਲੋਕ ਆ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਗਲਤ, ਉਹਨਾਂ ਦੇ ਤੁਹਾਡਾ ਨਾਮ ਵੀ ਚੇਂਜ ਕਰਕੇ ਤੁਹਾਡਾ ਅਕਾਊਂਟ ਵੀ ਹੈਕ ਕਰ ਸਕਦੇ, ਹਰ ਇੱਕ ਚੀਜ਼ ਹੈਕ ਕਰਕੇ। ਇੱਕ ਇਹਦਾ ਫਾਇਦਾ ਬੜਾ ਆ, ਅੱਜ ਕੱਲ੍ਹ ਜਿਹੜੇ ਲੋਕ ਹੈ ਨਾ ਉਹ ਟੈਲੀਫੋਨ 'ਤੇ ਆਪਣਾ ਕਿਤੇ ਨਾ ਕੈਮਰਾ ਔਨ ਕਰ ਦਿੰਦੇ ਆ, ਭਾਵੇਂ ਕਿਤੇ ਵੀ ਗਏ ਹੋ, ਵੀਡੀਓ ਵੀਡੀਓ ਔਨ ਕਰ ਦਿੰਦੇ ਆ ਤਾਂ ਕਿ ਉਹ ਤੁਹਾਨੂੰ ਹਰੇਕ ਮਿੰਟ ਦੀ ਖਬਰ ਰਹਿੰਦੀ ਵੀ ਤੁਹਾਡੇ ਘਰ ਦੇ ਮੂਹਰੇ ਕੌਣ ਹੈਗਾ ਆ। ਅੱਜ ਕੱਲ੍ਹ ਲੋਕ ਇੰਨੇ ਲੇਜ਼ੀ ਹੋ ਗਏ ਆ, ਟੈਲੀਫੋਨ ਦੇ ਨਾਲ ਕੱਢਣਾ ਵੀ ਬੰਦ ਕਰਦੇ ਆ ਦੂਰੋਂ ਹੀ। ਕੱਢਣਾ ਖੋਲ ਦਿੰਦੇ, ਕੱਢਣਾ ਬੰਦ ਕਰ ਦਿੰਦੇ, ਲਾਈਟਾਂ ਔਨ ਹੋ ਜਾਂਦੀਆਂ। ਕੱਲ ਨੂੰ ਕਿਤੇ ਮਾਨ ਸਾਹਿਬ ਕਿਤੇ ਰੋਟੀ ਵੀ ਨਾ ਇਹਨਾਂ ਖਾਣ ਲੱਗ ਪੈਣ। ਹਾਂ ਜੀ, ਉਹ ਵੀ ਰੋਟੀ ਤਾਂ ਦੇਖੋ ਜੀ ਸਾਈਡ ਤੇ ਰੱਖਿਆ ਹੁੰਦਾ, ਰੋਟੀ ਵੀ ਉੱਥੇ ਖਾਂਦੇ। ਹਾਂਜੀ, ਤੇ ਇਹ ਚੀਜ਼ ਬਹੁਤ ਕਈ ਬੱਚੇ, ਕਈ ਤਾਂ ਲੋਕ ਟਾਇਲਟਾਂ ਦੇ ਵਿੱਚ ਬਾਥਰੂਮ ਦੇ ਵਿੱਚ ਵੀ ਲਿਜਾ ਕੇ ਬੈਠੇ ਰਹਿੰਦੇ ਆ 2-2 ਘੰਟੇ। ਹਾਂਜੀ, ਤੇ ਇਹ ਨੁਕਸਾਨ ਤਾਂ ਹੈਗਾ, ਲੇਕਿਨ ਸੋਚਣਾ ਤਾਂ ਫਾਇਦੇਮੰਦ ਅਸੀਂ ਤੁਸੀਂ ਆ। ਹਾਂਜੀ, ਤੇ ਬਾਕੀ ਤੁਹਾਡਾ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ। ਤੇ ਨਮਸਕਾਰ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਮਾਨ ਸਾਹਿਬ, ਬਹੁਤ ਮਿਹਰਬਾਨੀ। ਇਹ ਥੈਂਕ ਯੂ ਤੁਹਾਡਾ ਜੀ। ਇਹ ਤਾਂ ਸੀ ਮਾਨ ਸਾਹਿਬ ਲੰਡਨ ਤੋਂ। ਇਹ ਜਿਹੜਾ ਪ੍ਰੋਗਰਾਮ ਹੈਗਾ ਇਸੇ ਕਰਕੇ ਵਧੀਆ ਬਣਦਾ ਕਿਉਂਕਿ ਮੇਰੇ ਕਾਲਰ ਜਿਹੜੇ ਹੈਗੇ ਆ, ਇੱਕ ਤਾਂ ਉਹਨਾਂ ਦਾ ਮੈਂ ਬਹੁਤ ਮਸ਼ਕੂਰ ਹੈਗਾ, ਉਹਨਾਂ ਦਾ ਬਹੁਤ ਧੰਨਵਾਦੀ ਹੈਗਾ, ਬਹੁਤ ਥੈਂਕਫੁਲ ਹੈਗਾ, ਕਿਉਂਕਿ ਇੱਕ ਤਾਂ ਬਹੁਤ ਸਮਝਦਾਰ ਜਿਹੜੇ ਕਾਲਰਸ ਹੈਗੇ ਆ ਉਹ ਮੇਰੇ ਪ੍ਰੋਗਰਾਮ ਵਿੱਚ ਆਉਂਦੇ ਹੈਗੇ ਆ, ਅਤੇ ਜਿਹੜੇ ਕਿ ਬਹੁਤ ਹੀ ਉਹਨਾਂ ਕੋਲ ਆਪਣੀ ਵੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਉਹ ਸਾਨੂੰ ਵੀ ਬਹੁਤ ਕਈ ਮੁੱਦਿਆਂ ਬਾਰੇ ਇਨਫੋਰਮ ਕਰਦੇ ਜਿਹੜੇ ਕਿ ਸ਼ਾਇਦ ਮੈਂ ਆਪਣੇ ਲੇਖਾਂ ਵਿੱਚ ਉਹਨਾਂ ਬਾਰੇ ਨਾ ਚਰਚਾ ਕੀਤਾ ਹੋਵੇ। ਸੋ ਇਸ ਕਰਕੇ ਇਸੇ ਕਰਕੇ ਇਹ ਜਿਹੜਾ ਮੇਰਾ ਪ੍ਰੋਗਰਾਮ ਹੈ ਇਹਦਾ ਨਾਂ ਵੀ ਇਸੇ ਕਰਕੇ ਸੋਚ ਦਾ ਸਫ਼ਰ 'ਤੇ ਇੱਕ ਵਿਲੱਖਣ ਕਿਸਮ ਦਾ ਪ੍ਰੋਗਰਾਮ ਹੈਗਾ, ਅਤੇ ਇਸੇ ਕਰਕੇ ਇਹ ਜਿਹੜਾ ਹੈਗਾ ਆਪਣੀ ਕਿਸਮ ਦਾ ਹੈ, ਕਿਉਂਕਿ ਤੁਹਾਡੀ ਜਿਹੜੀ ਸ਼ਮੂਲੀਅਤ ਹੈਗੀ ਆ ਉਹਦੇ ਨਾਲ ਇਹਦੀ ਤੁਹਾਡੀ ਸ਼ਿਰਕਤ ਦੇ ਨਾਲ ਹੀ ਇਹ ਪ੍ਰੋਗਰਾਮ ਜਿਹੜਾ ਹੈਗਾ ਵਧੀਆ ਬਣ ਰਿਹਾ ਹੈਗਾ। ਹੈਲੋ ਜੀ, ਵੈਲਕਮ ਜੀ। ਕੌਣ ਤੇ ਜੀ, ਕਿੱਥੋਂ ਬੋਲਦੇ ਜੀ? ਪਹਿਲਾਂ ਤਾਂ ਨਾਮ ਬੁੱਧਾ, ਜੈ ਭੀਮ, ਜੈ ਗੁਰਦੇਵ। ਹਾਂਜੀ, ਜੈ ਗੁਰਦੇਵ ਜੀ, ਨਾਮ ਬੁੱਧਾ ਜੀ, ਜੈ ਭੀਮ। ਡਾਕਟਰ ਜੀ ਤੁਸੀਂ ਠੀਕ ਹੋ? ਮੈਂ ਬਿਲਕੁਲ ਠੀਕ ਹਾਂ। ਹਾਂਜੀ, ਜਿਹੜਾ ਤੁਸੀਂ ਅੱਜ ਮੌਦਾ ਰੱਖਿਆ ਇਹ ਤਾਂ ਤੁਸੀਂ ਕਮਾਲ ਕਰ ਦਿੱਤੀ। ਮੈਂ ਹਰ ਵਾਰੀ ਕਮਾਲ ਕਰਦਾ, ਤੁਹਾਨੂੰ ਪਤਾ ਹੀ ਹੈ। ਹਾਂਜੀ ਨਹੀਂ ਡਾਕਟਰ ਸਾਹਿਬ ਜੀ, ਪਤਾ ਜਿੱਦਾਂ ਤੁਸੀਂ ਦੱਸਦੇ, ਜਿੱਦਾਂ ਭਾਜੀ ਪਹਿਲਾਂ ਕਹਿ ਗਏ, ਮੇਰੇ ਤਾਂ ਕਹਿਣੇ ਦੀ ਕੋਈ ਜ਼ਰੂਰਤ ਨਹੀਂ ਰਹੀ, ਮੈਂ ਤਾਂ 2 ਗੱਲਾਂ ਕਰਨੀਆਂ। ਹਾਂਜੀ ਕਰੋ। ਕਿ ਜਿਹੜਾ ਇਹ ਚੱਲਿਆ ਇਹ ਚੰਗਾ ਵੀ ਤੇ ਮਾੜਾ ਵੀ ਆ। ਜਦੋਂ ਇਹ ਨਹੀਂ ਸੀ ਉਦੋਂ ਵੀ ਦੁਨੀਆ ਜੀਂਦੀ ਸੀਗੀ, ਬਿਲਕੁਲ ਜੀਂਦੀ ਸੀ। ਜਦੋਂ ਲਾਈਟਾਂ ਸੀ ਉਦੋਂ ਵੀ ਆਪਾਂ ਜੀਂਦੇ ਸੀਗੇ। ਹਾਂਜੀ ਹਾਂਜੀ, ਆਪਾਂ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਦੇਖ ਲਿਆ। ਹਾਂ, ਹਨਾ, ਪਿੱਛੇ ਅੱਗੇ ਸਭ ਤੋਂ ਵੱਡਾ ਕੀ ਆ ਆਪਾਂ ਲਈ ਚੰਗਾ? ਇਨਸਾਨੀਅਤ। ਬਿਲਕੁਲ ਬਿਲਕੁਲ, ਭਾਈਚਾਰਾ, ਦੁੱਖ ਸੁੱਖ। ਜੇ ਅੱਜ ਤੂੰ ਦੁਖੀ ਆ ਤਾਂ ਕੱਲ ਨੂੰ ਮੈਂ ਵੀ ਹੋ ਸਕਦੀ। ਬਿਲਕੁਲ ਹੋ ਸਕਦੀ। ਆਪਾਂ ਇੱਕ ਦੂਜੇ ਦੀ ਸਾਂਝ ਪਾਉਣੀ ਚਾਹੀਦੀ ਆ। ਜਾਤਾਂ ਪਾਤਾਂ ਉਹ ਤਾਂ ਡਿਫਰੈਂਟ ਵਾ, ਸਿਰਫ ਜਾਤ ਹੈਗੀ ਇਨਸਾਨ। ਹਾਂਜੀ 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 ਹਾਂਜੀ, ਉਸ ਪ੍ਰਮਾਤਮਾ ਨੇ ਜੋ ਆਪਾਂ ਨੂੰ ਦਿੱਤਾ ਉੱਤੇ ਸਬਰ ਕਰਨਾ ਚਾਹੀਦਾ। ਠੀਕ ਹੈ ਜੀ, ਠੀਕ ਹੈ। ਜੈਲਸ ਨਹੀਂ ਕਰਨੀ ਚਾਹੀਦੀ, ਜਿਹਦੇ ਕਰਮ ਉਹਦੇ ਨਾਲ ਮੇਰੇ ਨਾਲ ਆ। ਹਾਂਜੀ, ਜਿਹੜੀ ਜੈਲਸ ਆ ਇਹ ਤਾਂ ਸਭ ਤੋਂ ਵੱਡਾ ਪਤਾ ਕੀ ਆਪਾਂ ਕਰੀਏ ਇਕੱਠੇ। ਦੇਖੋ ਕਰੋਨਾ ਨੇ ਕਿੰਨੀ ਅਕਲ ਦਿੱਤੀ ਆ ਕਿ ਸਾਰੇ ਇੱਕੋ ਜਿਹੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉਹਨੇ ਗਰੀਬ ਅਮੀਰ ਨਹੀਂ ਮਾਰਿਆ, ਇਹ ਤਾਂ ਉਹਦੀ ਮਰਜ਼ੀ ਆ ਨਾ। ਆਪਾਂ ਹੈ ਹੀ ਉਹਦੇ ਆ ਤਾਂ ਆਪਣਾ ਹੈਗਾ ਕੀ ਹੈ ਇੱਥੇ। ਹਾਂਜੀ ਹਾਂਜੀ। ਮੈਂ ਇੱਕ ਡਾਕਟਰ ਜੀ ਤੁਹਾਨੂੰ ਪੁੱਛਦੀ, ਤੁਸੀਂ ਡਾਕਟਰ ਜੀ ਆ? ਹਾਂਜੀ ਹਾਂਜੀ। ਮੈਂ ਇੰਡੀਆ ਦੇ ਵਿੱਚ ਇੱਕ ਮੇਰਾ ਤਾਇਆ ਜੀ ਡਾਕਟਰ ਸੀ, ਮੈਂ ਇੱਕੋ ਹੀ ਕਹਾਣੀ ਸੁਣੀ ਸੀ ਕਿ ਡਾਕਟਰ ਦੁਆ ਪਰਮਾਤਮਾ ਆ। ਹਾਂਜੀ 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 ਹਾਂਜੀ। ਜੇ ਉਹ ਤੁਹਾਡਾ ਫਾਇਦਾ ਨਹੀਂ ਕਰ ਸਕਦਾ, ਤੁਹਾਡਾ ਬੁਰਾ ਵੀ ਨਹੀਂ ਕਰ ਸਕਦਾ। ਬਿਲਕੁਲ ਬਿਲਕੁਲ ਬਿਲਕੁਲ। ਜਿੰਨਾ ਕੁ ਉੱਚ ਵਿਚਾਰੇ 'ਚ ਹੁੰਦੀ ਉਹ ਹੈਲਪ ਕਰਦਾ। ਡਾਕਟਰ ਜੀ ਤੁਸੀਂ ਏਦਾਂ ਦੇ ਮੁੱਦੇ ਲਿਆਵੋ, ਆਪਣੇ ਭੈਣਾਂ ਭਰਾਵਾਂ ਨੂੰ ਇੱਕੋ ਹੀ ਕਹੋ ਵੀ ਆਪਾਂ ਇਕੱਠੇ, ਕੋਈ ਦੁਨੀਆ ਤੇ ਵੱਡਾ ਨਹੀਂ ਕੋਈ ਛੋਟਾ ਨਹੀਂ, ਇੱਕ ਉਸ ਮਾਲਕ ਦੇ ਦਾਸ ਇਨਸਾਨੀਅਤ ਹੋਵੇ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਡਾਕਟਰ ਜੀ, ਮੈਂ ਬਹੁਤ ਧੰਨਵਾਦ ਕਰਦੀ। ਓਕੇ ਜੀ, ਬਹੁਤ ਮਿਹਰਬਾਨੀ। ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਰਕੇ ਆਪਣੇ ਵਿਚਾਰਾਂ ਨਾਲ ਸਾਡੇ ਨਾਲ ਸਾਂਝੀ ਪਾ ਸਕਦੇ। ਸਾਡੇ ਕੋਲ ਜਿਵੇਂ 13 ਮਿੰਟ ਬਾਕੀ ਹੈਗੇ ਆ। ਜਿਸ ਤਰ੍ਹਾਂ ਦੱਸਿਆ ਲੈ, ਸਾਡੇ ਟੈਲੀਫੋਨ ਲਾਈਨਸ ਖੁੱਲ੍ਹੀਆਂ ਹੈਗੀਆਂ। ਜੇ ਤੁਸੀਂ ਬਰਤਾਨੀਆ ਤੋਂ ਟੈਲੀਫੋਨ ਕਰ ਰਹੇ ਹੈਗੇ ਤਾਂ 0121502430 ਹੈ, ਅਤੇ ਜੇ ਬਾਹਰੋਂ ਕਰ ਰਹੇ ਆ ਬਰਤਾਨੀਆ ਤੋਂ ਤਾਂ ਫਿਰ ਤੁਹਾਨੂੰ 00441215024304 ਨੰਬਰ ਘੁਮਾਉਣਾ ਪਊਗਾ। ਬਹੁਤ ਸਾਰੇ ਜਿਹੜੇ ਮਸਲੇ ਹੈਗੇ ਆ ਉਹ ਸਾਹਮਣੇ ਆ ਰਹੇ ਹੈਗੇ। ਜਿਸ ਤਰ੍ਹਾਂ ਕਹਿੰਦੇ ਹੈਗੇ ਆ ਇਹ ਇਲੈਕਟ੍ਰਿਸਿਟੀ ਬਾਰੇ ਕਹਿੰਦੇ ਸੀਗੇ ਜਦੋਂ ਇਹ ਸ਼ੁਰੂ ਵੀ ਹੋਈ ਹੈ, ਅਤੇ ਹੁਣ ਵੀ ਕਹਿੰਦੇ ਹੈਗੇ ਆ ਇਸੇ गुड सर्वेंट पर बैड मास्टर। हेलो जी, कौन थे जी, कितने बोलते? वेलकम है जी थोड़ा। मैं अर्चना बोल रही हूँ। हाँ जी अर्चना जी, की कहना चाहोगे? ये आपका टॉपिक बहुत अच्छा है, हमारे बच्चों के लिए नहीं, मैं कहती बच्चों से लेकर बूढ़ों तक के लिए बहुत अच्छा है। हाँ जी।
अगर हम हर चीज को एक ठीक तरह यूज करेंगे, इस्तेमाल करेंगे, तो उसका कोई भी नुकसान नहीं होगा। कई लोगों ने कहा कि लोग पहले क्या करते थे। मैं कहती पहले लोग जब ऐसी कोई प्रॉब्लम आती थी लोग रेडियो सुनते थे। जब भी कोई न्यूज होती थी हम रेडियो के चारों तरफ रहते थे, कान लगा के सारी फैमिली इकट्ठी होती थी और सुनती थी कि न्यूज क्या है। अगर आज भी ये चीजें ना होती तो शायद सारे लोग रेडियो के पास होते, सुनते कि कोरोना का क्या हो रहा है। उसके बाद टीवी आया, लोग टीवी की तरफ चले गए, टीवी देखने लगे और टीवी में सब तरह की वो जो न्यूज आने लग गई। पर जब से ये जो डिजिटल चीजें आई हैं, आईपैड हुआ, अब मोबाइल फोन हुआ, कंप्यूटर हुए, लोग रेडियो और टीवी से दूर हो गए हैं। और बच्चे भी जो पहले टीवी देखते थे सारी फैमिली इकट्ठी एक रूम में बैठ के देखती थी, अब वो वहां नहीं देखते, अब वो अपने अपने रूम में अपना मोबाइल फोन लेके चले गए। पर इसमें कसूर किसका? बच्चों का? मैं बोलूंगी नहीं, ये बड़ों का है, माँ बाप का है, जिन्होंने लिख दिया है। जिसके कारण ये हो रहा है, इसके कारण वो कई बारी बुलिंग होती है, बच्चे उनको मेक करते हैं, फोर्स करते हैं कि वो अब उसमें कांटेक्ट करें, वो उसमें लाइन में आए, वो अपना भी वो फेसबुक में आए और ये व्हाट्सएप में आए, उनको फोर्स करते हैं, जिससे कि बच्चे डर के मारे, एंग्जाइटी से के कारण और जब कारण वो इसमें ज्वाइन हो जाते हैं। तो पीयर प्रेशर के कारण भी, लो स्टीम के कारण इसमें मेंटल हेल्थ भी बहुत इफेक्ट करती हैं, क्योंकि लोग सोशल मीडिया जो ये चीजों को यूज करने से बच्चे सोते नहीं है, बच्चे ही नहीं बड़े भी नहीं सोते, अपने अपने रूम की लाइटें ऑफ करके वो कानों में ईयर प्लग लगा के वो बातें करते हैं जिससे कि पता ना चले। और इसके साथ ईटिंग कंसेंट, जब लोग पहले फैमिली इकट्ठी खाती थी, अब नहीं, अब बच्चा अभी हमें भूख नहीं, अब बाद में खाएं, क्योंकि वो उसके ऊपर बैठे हुए हैं अपने आईपैड लगा लो इन सब चीजों पर। तो इसमें कई गेमें ऐसी भी आई थी जो कि लोगों ने सुसाइड कर लिया, छतों से छलांग लगाई। जहाँ तक कि मेरे को याद है कि ये शायद 1 साल 2 साल की बात होगी, कोई गेम चली थी उसके ऊपर। ये तो बहुत सारी चीजें आपने बताई, इतना कुछ आपने बताया कि इससे क्या क्या नुकसान है, पर हम इससे बाहर कैसे निकले, अपने बच्चों को कैसे इसमें से निकालें। तो उसके लिए मैं सबसे पहले यही कहूंगी कि जो बच्चे, जो माँ बाप को रजिस्टर करते समय चूजिंग के लिए सेफ साइड लें, सेफ सेटिंग करें, उनके लिए सेटिंग में पेरेंट कंट्रोल करें जिसमें कि पेरेंट का हो, और बच्चे को ये बताया जाए कि सेफ्टी टूल्स कौन कौन से हैं। अगर कोई गलत चीज भेज रहा है जो कि उन्हें लग रहा है गलत है, उसको पता होना चाहिए हाउ दे कैन, किस तरह उस चीज को ब्लॉक कर सकते हैं, किस तरह उसको स्वैम्प कर सकते हैं। और अनवांटेड जो कंट्रोल है, जो उन्हें नहीं चाहिए, वो जो कि चाहते भी नहीं, वो कोई उसमें भेज रहा है, उसको ब्लॉक कर दें। और कई बार ऐसी चीजें आती हैं जो कि बच्चे चिंता करने लग जाते हैं, उनको पूरा बताएं कि कोई भी ऐसी चीज आने से वो आपसे, पेरेंट्स से जरूर डिस्कस करें, जरूर बताएं। और सबसे बड़ी बात, बच्चे को ये जरूर बताएं अपना जो नाम है वो रियल नेम मत दें, और अपना ईमेल एड्रेस मत डालें, फोन नंबर, डेट ऑफ बर्थ, ये चीजें बिल्कुल भी ना डालें उसके ऊपर, कंप्यूटर के ऊपर। और हमेशा जो कंप्यूटर है उसको माँ बाप अपने उस रूम में रखे, फैमिली रूम में रखे, जब तक बच्चे छोटे हैं, जब तक कि उनकी समझ में से ये नहीं है, उन्हें पता लगे। और आप उसको कीप ऑन वॉचिंग करते रहे कि बच्चा क्या देख रहा है, उसको एनकरेज करें कि क्या उसको देखना चाहिए, क्या अच्छा। जब भी कोई चीज डाउनलोड करनी हो उसको बोलो कि वो परमिशन ले, कि जब भी कोई हो सकता है वो गुड नहीं है, हो सकता है गुड है, पर उसको ये बताया जाए कि जो भी चीज तुम डाउनलोड कर रहे हो हमसे परमिशन लेके तभी करें, और उसके बिना इस चीज को मत करें। उसके साथ बच्चों को ये भी बताना चाहिए कि जब भी वो कंप्यूटर पे जाएं या मोबाइल फोन जो आईपैड पे जाएं, आफ्टर 30 मिनट्स के बाद उनको स्टॉप करना होगा। ये उनकी हेल्थ और सेफ्टी के कारण है, क्योंकि हेल्थ और सेफ्टी अगर कंटिन्यूस देखते हो उसकी जो रेडिएशन है वो आपके बच्चे अब तुम्हारे पर पड़ेंगी, तुम्हारे ब्रेन पर पड़ेंगी, तुम्हारी बॉडी पर पड़ेंगी। कई लोग छोटे छोटे बच्चों में, जो मैं वेडिंग में जाती हूँ या पार्टी में जाती हूँ, वो छोटे बच्चे इवन 1 ईयर ओल्ड उनको मोबाइल पढ़ा देते हैं, पर ये नहीं सोचते ये वाईफाई जो है, इंटरनेट की जो रेसेस खींचता है उससे उनके ब्रेन पे, उनकी फिजिक्स पे, उनकी बॉडी पर इफेक्ट करता है। ये मत दे छोटे बच्चे को। और कई बच्चे इतने एडिक्टेड हो गए हैं, छोटे छोटे बच्चे, वो रोते हैं, अभी वो बोलना भी नहीं सीखे, वो रोते हैं कि हमारा वो फोन दिया जाए। वो कई बार माँ बाप जैसे पहले बच्चों के मुंह में डमी लगा देते थे ना कि बच्चा रो रहा है, अब माँ बाप अपने बच्चों को देते हैं। ये कोई बड़ी बात नहीं है, इन द एंड आपके बच्चों का नुकसान है फिजिकली, मेंटली, सब तरह से। इसके साथ जब भी वो गेम्स लेते हैं, ऑनलाइन पे गेम खेलते हैं, उनको बताया जाए कौन सी गेम लेनी है जिससे उनकी नॉलेज में इंक्रीज हो, ना कि वो
फनी गेम्स खेलें जिससे कि उनको कुछ ना हो, जिससे उनका आपके ब्रेन की नॉलेज तो इंक्रीज ना हो पर वो बैड साइड में चले जाए। इन सब चीजों को रोकने के लिए माँ बाप को हमेशा देखना चाहिए कि बच्चे जो भी कुछ देख रहे हैं उसके बारे में उन्हें मालूम होना चाहिए। और इसके साथ जो यूथ है, हम लोग हैं, जो पेरेंट्स हैं, हमें भी इस बात का रोल मॉडल बनना पड़ेगा हमारे बच्चों को कि हम भी छोड़ रहे हैं, हम भी नहीं देख रहे हैं। तो इसलिए इन सब चीजों को मैं इसी से रोकती हूँ, क्योंकि मुझे लगता है और भी लोग आएंगे, क्योंकि एक भाई साहब ने कहा था ये बहुत लिखे गए हैं। तो इसलिए मैं ये बस थोड़ी 2 बातें रखूंगी कि आइडेंटिटी थेफ्ट हो सकती है। जो फोटो आप भेजते हैं, चाहे वो तुम्हारा रियल फ्रेंड है, डोंट सेंड, डोंट ट्रस्ट एनीवन। और उतने ही फ्रेंड रहिए जिनसे आप रोज मिलते हैं। स्ट्रेंजर से कोई मत लगाइए और बच्चों पर ध्यान रखें। और यही मैं कह के इसको रोकती हूँ। आपका टॉपिक बहुत अच्छा है, बहुत अच्छा लगा। और इसी तरह प्रोग्राम लाते रहिए और हम सबकी नॉलेज में इंक्रीजिंग करते रहिए। थैंक यू जी। अर्चना जी तुसीं भी ਸਾਨੂੰ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਨੂੰ ਸਾਂਝੇ ਕਰ ਸਕਦੇ। ਅਜੇ ਵੀ ਸਾਡੇ ਤੋਂ 6 ਮਿੰਟ ਬਾਕੀ ਹੈਗੇ ਆ। ਬਹੁਤ ਸਾਰੇ ਮਸਲੇ ਜਿਹੜੇ ਹੈਗੇ ਆ, ਬਹੁਤ ਸਾਰੇ ਇਸ਼ੂਜ਼ ਜਿਹੜੇ ਸੰਵਾਦ ਦੇ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਆਏ ਆ, ਜਿਹੜੇ ਕਿ ਬਹੁਤ ਹੀ ਗੰਭੀਰਤਾ ਦੀ ਮੰਗ ਕਰਦੇ ਹੈ, ਜੋ ਉਹਨਾਂ ਬਾਰੇ ਅਸੀਂ ਪੂਰੀ ਤਰ੍ਹਾਂ ਗੌਰ ਕਰੀਏ, ਕਿਉਂਕਿ ਸਾਡੇ ਨਾਲ ਉਹ ਸੰਬੰਧਿਤ ਹੈਗੇ, ਸਾਡੇ ਬੱਚੇ ਨਾਲ ਸੰਬੰਧਿਤ ਹੈ। ਸਾਡੀ ਮੈਂਟਲ ਹੈਲਥ 'ਤੇ ਉਹਦਾ ਅਸਰ ਪੈ ਸਕਦਾ ਹੈਗਾ, ਸਾਡੀ ਫਿਜ਼ੀਕਲ ਹੈਲਥ 'ਤੇ ਅਸਰ ਪੈ ਸਕਦਾ। ਬੱਚੇ ਈਵਨ ਯਾਨੀ ਕਿ ਅਸ਼ਲੀਲ ਫਿਲਮਾਂ ਜਿਹੜੀਆਂ ਹੈਗੀਆਂ ਉਹ ਉੱਥੇ ਦੇਖ ਸਕਦੇ ਹੈਗੇ ਆ। ਈਵਨ ਚਾਈਲਡ ਅਬਿਊਜ਼ ਦੇ ਕੇਸ ਜਿਹੜੇ ਹੈਗੇ ਬਹੁਤ ਸਾਰੇ ਜਿਹੜੇ ਹੈਗੇ ਇਹਦੇ ਨਾਲ ਵਧੇ ਹੈ। ਪਤਾ ਨਹੀਂ ਉਹ ਕਿਹਦੇ ਨਾਲ ਗੱਲਾਂ ਕਰ ਰਹੇ ਹੈਗੇ ਆ, ਅਤੇ ਜਿਹੜਾ ਬੰਦਾ ਮੂਹਰੋਂ ਗੱਲ ਵੀ ਕਰ ਰਿਹਾ ਹੈਗਾ, ਉਹਨਾਂ ਟੈਕਸਟ ਤੁਸੀਂ ਕਰ ਰਹੇ ਹੈਗੇ, ਜਾਂ ਜਿਹੜਾ ਹੈਗਾ ਤੁਸੀਂ ਈਮੇਲ ਭੇਜ ਰਹੇ ਹੈਗੇ ਆ, ਜਾਂ ਤੁਸੀਂ ਵਟਸਐਪ 'ਤੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਮੈਂ ਕੀਰਤਨ ਚੌਹਾਨ ਬੋਲ ਰਿਹਾ। ਚੌਹਾਨ ਸਾਹਿਬ ਕੀ ਕਹਿਣਾ ਚਾਹੋਗੇ? 5 ਮਿੰਟ ਹੈ ਆਪਣੇ ਕੋਲ। ਹਾਂ ਦੇਖੋ, ਇਹ ਜਿਹੜਾ ਸੋਸ਼ਲ ਮੀਡੀਆ ਬਾਰੇ ਗੱਲ ਚੱਲ ਰਹੀ ਆ, ਹਾਂਜੀ, ਕਿਉਂਕਿ ਇੱਕ ਤਾਂ ਇਹ ਹੈਗੀ ਆ ਵੀ ਥੋੜੇ ਟਾਈਮ ਤੋਂ ਇਹ ਆਇਆ ਹੈਗਾ ਔਰ ਲੋਕਾਂ ਨੇ ਵਰਤਣਾ ਬਹੁਤ ਸ਼ੁਰੂ ਕਰ ਦਿੱਤਾ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਉਹ ਦੇਖੋ ਪਹਿਲਾਂ ਇਹ ਮਾਈਂਡ ਨੂੰ ਐਡਜਸਟ ਕਰਨ ਦੀ ਲੋੜ ਸੀ, ਕਿਉਂਕਿ ਲੋਕਾਂ ਨੂੰ ਦੱਸਣ ਦੀ ਲੋੜ ਸੀ ਵੀ ਇਹਦੀ ਜਿਹੜੀ ਵਰਤੋਂ ਆ ਕਿੰਨੀ ਕਰਨੀ ਆ, ਫਿਰ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਹੁਣ ਦੇਖੋ ਜਿਹੜੇ ਬੱਚੇ ਆ ਉਹਨਾਂ ਦੀ ਤਾਂ ਪੜ੍ਹਾਈ ਬਹੁਤ ਖਰਾਬ ਹੋ ਰਹੀ ਹੈ। ਐਬਸੋਲੂਟਲੀ ਹੋ ਰਹੀ ਹੈ। ਯੈਸ ਯੈਸ। ਉਹ ਸੁਣਦੇ ਬਹੁਤ ਘੱਟ ਆ, ਬਸ ਮੋਬਾਈਲ ਲੈ ਕੇ, ਕੰਪਿਊਟਰ ਤੇ ਲੈ ਕੇ, ਔਰ ਪੜ੍ਹਾਈ ਵੱਲ ਧਿਆਨ ਨਹੀਂ ਕਰਦੇ। ਔਰ ਦੂਸਰੇ ਦੇਖੋ ਜਿਹੜਾ ਭਾਰਤ ਆ, ਭਾਰਤ ਦੇ ਵਿੱਚ ਇੰਨੀ ਦੁਰਵਰਤੋਂ ਹੋ ਰਹੀ ਆ, ਉੱਥੇ ਜਿਹੜੀਆਂ ਪਾਰਟੀਆਂ ਇੱਕ ਦੂਜੇ ਦੇ ਬਾਰੇ ਇੰਨਾ ਗਲਤ ਪ੍ਰਚਾਰ ਕਰਦੀਆਂ। ਬਿਲਕੁਲ ਚੌਹਾਨ ਸਾਹਿਬ, ਤੁਸੀਂ ਇੰਨਾ ਵਧੀਆ ਇਹ ਜਿਹੜਾ ਪੁਆਇੰਟ ਨਿਕਲ ਜਾਣਾ ਸੀ ਆਪਣੀ ਡਿਸਕਸ਼ਨ ਤੋਂ ਬਾਅਦ, ਇੱਕ ਦੂਜੇ ਦੇ ਖਿਲਾਫ ਯਾਨੀ ਕਿ ਗਲਤ ਵੀਡੀਓਜ਼, ਉੱਥੇ ਤਾਂ ਲੜਾਈਆਂ ਹੋ ਰਹੀਆਂ। ਹਾਂਜੀ ਹਾਂਜੀ ਹਾਂਜੀ, ਇੱਕ ਦੂਸਰੇ ਦੇ ਵਿਰੁੱਧ। ਫਿਰ ਉਹ ਦੇਖੋ ਵੀ ਜਿਹੜੇ ਇੱਕ ਦੂਜੇ ਦੇ ਫਰੈਂਡ ਬਣੇ ਹੋਏ ਆ, ਉਹ ਇਹ ਨਹੀਂ ਉਹਨਾਂ ਨੂੰ ਰੋਕਦੇ ਵੀ ਏਦਾਂ ਪੱਤਰਕਾਰ ਜਿਹੜੀਆਂ ਲੜਕੀਆਂ ਉਹਨਾਂ ਨੂੰ ਕੁੱਤੀਆਂ ਕਿਹਾ ਜਾਂਦਾ। ਇੱਦਾਂ ਹੀ ਹੈ, ਇੱਦਾਂ ਹੈ, ਇੱਦਾਂ ਹੈ। ਗੌਰੀ ਲੰਕੇਸ਼ ਦੀ ਮੌਤ ਹੋਈ ਆ, ਦੇਖੋ ਜਿਹੜੇ ਬੰਦੇ ਆਪਣੇ ਆਪ ਨੂੰ ਮੰਨਦੇ ਆ ਉਹਨੇ ਕਿਹਾ ਵੀ ਕੁੱਤੀ ਮਾਰ ਦਿੱਤੀ। ਇੱਦਾਂ ਹੈ, ਇੱਦਾਂ ਹੈ। ਔਰ ਹੋਰ ਜਿਹੜੇ ਏਦਾਂ ਦੀ ਭੱਦੀ ਭਾਸ਼ਾ ਬੋਲਦੇ ਆ, ਔਰ ਉੱਥੇ ਤਾਂ ਤੁਸੀਂ ਦੇਖੋ ਵੀ ਜਾਣੀ ਉਹਨੀ ਮਤਲਬ ਇਹ ਦੱਸਿਆ ਵੀ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਉੱਥੇ ਫੇਸਬੁੱਕ ਦਾ ਬਹੁਤ ਵੱਡਾ ਰੋਲ ਸੀ। ਔਰ ਉੱਥੇ ਜਾਣੀ ਇੱਕ ਪੈਨਲ ਬਣਿਆ ਇਹਨੂੰ ਕਰਨ ਲਈ ਵੀ ਕੁਝ ਬੰਦਿਆਂ ਦੇ ਅਜੇ ਅਕਾਊਂਟ ਬੰਦ ਕੀਤੇ ਆ, ਉਹ ਜਿਹੜੇ ਪਹਿਲਾਂ ਬੰਦ ਹੋਣੇ ਚਾਹੀਦੇ ਸੀ। ਬਿਲਕੁਲ 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 ਬਿਲਕੁਲ। ਇਹ ਜਿੱਥੇ ਵੀ ਇਲੈਕਸ਼ਨ ਹੁੰਦਾ ਉੱਥੇ ਫੇਸਬੁੱਕ ਦਾ, ਸੋਸ਼ਲ ਮੀਡੀਆ ਦਾ ਇੰਨਾ ਗਲਤ ਆ। ਇਹਨਾਂ ਨੇ ਲੋਕਾਂ ਵਿੱਚ ਗੁੰਮਰਾਹ ਹੋ ਜਾਂਦੇ ਆ। ਚੌਹਾਨ ਸਾਹਿਬ, ਲੋਕਾਂ ਵਿੱਚ ਜਿਹੜਾ ਹੈਗਾ ਦੂਰੀਆਂ ਪੈਦਾ ਕੀਤੀਆਂ, ਲੋਕਾਂ ਵਿੱਚ ਜ਼ਹਿਰ ਫੈਲਾਇਆ ਹੈਗਾ, ਲੋਕਾਂ ਵਿੱਚ ਟੈਨਸ਼ਨਸ ਪੈਦਾ ਕੀਤੀਆਂ ਹੈਗੀਆਂ। ਦੇਖੋ ਪਹਿਲਾਂ ਤਾਂ ਵੱਡੀ ਗੱਲ ਆ ਵੀ ਜਿਹੜੀ ਜੋ ਤੁਸੀਂ ਬੋਲਦੇ ਆ ਜਾਂ ਲਿਖਦੇ ਆ ਉਹ ਜਾਨੀ ਸੱਭਿਅਤ ਚਾਹੀਦੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਵੀ ਕੀ ਕਹਿੰਦੇ ਨੇ ਕਿੱਦਾਂ, ਚਲੋ ਜੇ ਤੁਹਾਡੇ ਵਿਚਾਰ ਵੱਖਰੇ ਵੀ ਆ, ਤੁਹਾਡੀ ਵਿਚਾਰਧਾਰਾ ਵੱਖਰੀ ਹੈ ਤਾਂ ਉਹਦਾ ਕੋਈ ਤਰੀਕਾ ਹੋਣਾ ਚਾਹੀਦਾ। ਐਬਸੋਲੂਟਲੀ। ਇਹ ਹੁਣ ਤੁਸੀਂ ਦੇਖੋ ਵੀ ਜਾਨੀ ਇਹ ਸਾਰਾ ਪੈਸੇ ਦਾ ਖੇਡ ਹੈ। ਐਬਸੋਲੂਟਲੀ ਐਬਸੋਲੂਟਲੀ। ਜਿਹੜੇ ਥੱਲੇ ਲੋਕ ਆ ਉਹਨਾਂ ਨੂੰ ਤਾਂ ਨੁਕਸਾਨ ਹੋ ਰਿਹਾ, ਔਰ ਲੋਕ ਉਹਦੇ ਵੱਲ ਦੇਖ ਕੇ ਵੋਟ ਪਾਉਣ ਦੇ ਕੋਈ ਛਾਣਬੀਣ ਨਹੀਂ ਕਰਦਾ, ਔਰ ਨੁਕਸਾਨ ਹੋ ਰਿਹਾ। ਬਿਲਕੁਲ ਬਿਲਕੁਲ। ਇਸ ਕਰਕੇ ਜਾਨੀ ਸਾਵਧਾਨੀ ਜਿਹੜੀ ਆ ਉਹ ਬਹੁਤ ਲੋੜ ਆ, ਔਰ ਬਾਕੀ ਜਿਹੜੇ ਖਾਸ ਤੌਰ ਤੇ ਘਰਾਂ ਦੇ ਵਿੱਚ ਦੱਸਣਾ ਚਾਹੀਦਾ। ਬਿਲਕੁਲ। ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ। ਚੌਹਾਨ ਸਾਹਿਬ ਬਹੁਤ ਮਿਹਰਬਾਨੀ। ਇਹ ਤੁਸੀਂ ਫਕੀਰ ਚੰਦ ਚੌਹਾਨ ਹੋਣੀ ਬਰਮਿੰਘਮ ਤੋਂ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ, ਜਿਹੜੇ ਮੇਰੇ ਜਿੰਨੇ ਵੀ ਕਾਲਰਸ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹੈਗਾ, ਕਿਉਂਕਿ ਉਹਨਾਂ ਦੀ ਸ਼ਿਰਕਤ ਦੇ ਨਾਲ, ਉਹਨਾਂ ਦੀ ਸ਼ਮੂਲੀਅਤ ਦੇ ਨਾਲ ਹੀ ਇਹ ਪ੍ਰੋਗਰਾਮ ਜਿਹੜਾ ਆਪਣੀ ਕਿਸਮ ਦਾ ਵਿਲੱਖਣ ਕਿਸਮ ਦਾ ਇਨਕੇ ਪ੍ਰੋਗਰਾਮ ਹੈਗਾ, ਵਿਲੱਖਣ ਪ੍ਰੋਗਰਾਮ ਹੈਗਾ, ਜਿਹੜਾ ਨਾਂ ਵੀ ਸੋਚ ਦਾ ਸਫ਼ਰ ਹੈਗਾ।
ਬਹੁਤ ਵੱਖਰੇ ਵੱਖਰੇ ਜਿਹੜੇ ਵਿਚਾਰ ਹੈਗੇ ਲੋਕਾਂ ਦੇ ਸਾਹਮਣੇ ਆ ਰਿਹਾ ਤੇ ਮੈਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਕਿਉਂਕਿ ਉਹ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਦੇ ਆ ਤੇ ਇਸ ਪ੍ਰੋਗਰਾਮ ਨੂੰ ਹੋਰ ਵੀ ਹੈਲੋ ਜੀ ਕੌਣ ਤੋਂ ਜੀ ਕਿੱਥੋਂ ਬੋਲੇ ਸਿਰਫ 2 ਮਿੰਟ ਹੈ ਜੀ ਹਾਂਜੀ ਹਾਂਜੀ 2 ਮਿੰਟ ਸਿਰਫ ਹਾਂਜੀ ਸਿਰਫ 2 ਮਿੰਟ ਹੈ ਜੀ ਬਿਲਕੁਲ ਮੈਂ ਗੱਲ ਤਾਂ ਮਤਲਬ ਤੁਸੀਂ ਟੌਪਿਕ ਬੜਾ ਅੱਛਾ ਹੈਗਾ ਬੜਾ ਤਕੜਾ ਹੈਗਾ ਡਾਕਟਰ ਸਾਹਿਬ ਜਿਹੜੀ ਇਹ ਮਤਲਬ ਇਹਨੂੰ ਬਹੁਤ ਮਿਸ ਯੂਜ਼ ਕੀਤਾ ਜਾ ਰਿਹਾ ਹਾਂ ਐਡੀ ਬੜੀ ਟੈਕਨੋਲੋਜੀ ਜਿਹੜੀ ਸੀ ਉਹ ਬਹੁਤ ਮਤਲਬ ਐਮੇਚੁਅਰ ਔਰ ਇਗਨੋਰੈਂਟ ਲੋਕਾਂ ਦੇ ਹੱਥ 'ਚ ਆ ਗਏ ਬਿਲਕੁਲ 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 ਉਹਨੂੰ ਪਤਾ ਹੀ ਨਹੀਂ ਕਿ ਇਹਨੂੰ ਯੂਜ਼ ਕਿੱਦਾਂ ਕਰਨਾ ਹੈਗਾ ਔਰ ਇਹਨੇ ਮਤਲਬ ਘਰਾਂ 'ਚ ਫਰਕ ਪੈ ਦਿੱਤਾ ਭਾਈਚਾਰੇ 'ਚ ਫਰਕ ਪੈ ਦਿੱਤਾ ਦੁਸ਼ਮਣੀਆਂ ਵਧਾਤੀਆਂ ਯਾਨੀ ਇਹਦੀ ਅਬਿਊਜ਼ ਇੰਨੀ ਗਲਤ ਲੋਕਾਂ ਦੇ ਹੱਥ ਵਿੱਚ ਆ ਗਈ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹਨੂੰ ਕੀ ਕਰਨਾ ਕੀ ਹੈ ਇਹਨੂੰ ਬੜੇ ਕੰਸਟਰਕਟਿਵ ਤਰੀਕੇ ਨਾਲ ਵਰਤਿਆ ਜਾ ਸਕਦਾ ਸੀ ਸਮਾਜ ਨੂੰ ਬਦਲ ਸਕਦੇ ਸੀਗੇ ਪਰ ਅਸੀਂ ਕੀਤਾ ਕੀ ਆ ਅਸੀਂ ਸਮਾਜ ਨੂੰ ਬਹੁਤ ਬੁਰੀ ਤਰ੍ਹਾਂ ਡੈਮੇਜ ਕਰ ਦਿੱਤਾ ਬਿਲਕੁਲ ਬਿਲਕੁਲ ਇਹਦਾ ਕੋਈ ਹੱਲ ਕੋਈ ਦਿਸਦਾ ਨਹੀਂ ਹੈਗਾ ਜਿਹੜਾ ਕਿਸੇ ਨੂੰ ਕੰਡੈਮ ਕਰਨਾ ਹੁੰਦਾ ਕਿਸੇ ਨੂੰ ਭੰਡਣਾ ਹੁੰਦਾ ਕਿਸੇ ਦਾ ਬੇੜਾਗਰ ਕਰਨਾ ਹੁੰਦਾ ਉਹ ਮਤਲਬ YouTube ਤੇ ਪਾਉਂਦੇ ਆ ਉਹਦੀ ਕੋਈ ਮਤਲਬ ਕੋਈ ਪੁੱਛੇ ਨਹੀਂ ਕੌਣ ਹੈ ਕੌਣ ਨਹੀਂ ਇਟਸ ਵੈਰੀ ਸੈਡ ਮਤਲਬ ਦੁਨੀਆ ਵਿੱਚ ਹੋ ਰਿਹਾ ਹੈਗਾ ਜਿਹਨਾਂ ਲੀਡਰ ਜਿਹੜੇ ਆ ਗਲਤ ਚੁਣੇ ਜਾ ਰਹੇ ਹੈ ਤੁਹਾਡੇ ਸਾਹਮਣੇ ਇਲੈਕਸ਼ਨ 'ਚ ਕੀ ਹੋਇਆ ਅਮਰੀਕਾ ਵਿੱਚ ਹੁਣ ਫਿਰ ਪਤਾ ਨਹੀਂ ਕੀ ਹੋਣਾ ਹੈਗਾ ਇੰਡੀਆ 'ਚ ਕੀ ਹੋਇਆ ਫਾਸਿਸਟ ਕਿਸਮ ਦੇ ਲੋਕ ਤੁਹਾਡੇ ਸਾਹਮਣੇ ਲਿਆ ਕੇ ਖੜੇ ਕਰ ਦਿੱਤੇ ਔਰ ਮੁਲਕ ਨੂੰ ਐਸਾ ਡੈਮੇਜ ਕਰ ਦਿੱਤਾ ਕਿ ਸਦੀਆਂ ਲੱਗਣੀਆਂ ਉਸ ਮੁਲਕ ਨੂੰ ਦੁਬਾਰਾ ਆਪਣੇ ਪੈਰਾਂ ਤੇ ਆਉਣ ਲੱਗੇ ਉਹਦਾ ਕੋਈ ਹੱਲ ਨਹੀਂ ਦਿੱਤਾ ਠੀਕ ਹੈ ਸੁਮਨ ਸਾਹਿਬ ਤੁਸੀਂ ਹੈ ਨਾ ਪਹਿਲਾਂ ਆਇਆ ਕਰੋ ਪਲੀਜ਼ ਯਾਨੀ ਕਿ ਠੀਕ ਹੈ ਥੈਂਕ ਯੂ ਸੁਮਨ ਸਾਹਿਬ ਦੇ ਬਹੁਤ ਹੀ ਜਿਹੜੇ ਹੈਗੇ ਆ ਅਹਿਮ ਵਿਚਾਰ ਹੁੰਦੇ ਆ ਅਗਲੇ ਹਫ਼ਤੇ ਤੁਹਾਡੇ ਨਾਲ ਫਿਰ ਮੈਂ ਇੱਕ ਹੋਰ ਵਿਸ਼ਾ ਲੈ ਕੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੂੰਗਾ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਬਹੁਤ ਜ਼ਿਆਦਾ ਧੰਨਵਾਦੀ ਹੈਗਾ ਕਿਉਂਕਿ ਟਾਈਮ ਜਿਹੜਾ ਹੈਗਾ ਹੁਣ ਫਿਨਿਸ਼ ਨੀਅਰਲੀ ਹੋ ਚੱਲਿਆ ਤੇ ਜਿਹੜਾ ਹੈਗਾ ਜਿਹੋ ਜਿਹੇ ਇਸ਼ੂਜ਼ ਮੈਂ ਲੈ ਕੇ ਆਉਣਾ ਇਹ ਸੋਸ਼ਲ ਇਸ਼ੂਜ਼ ਹੈਗੇ ਜਿਹੜੇ ਕਿ ਸਾਡੇ ਹਰ ਇੱਕ ਨਾਲ ਸੰਬੰਧਿਤ ਹੈ ਸਾਡੇ ਨਾਲ ਸੰਬੰਧਿਤ ਹੈ ਸਾਡੇ ਬੱਚਿਆਂ ਨਾਲ ਸੰਬੰਧਿਤ ਹੈਗੇ ਸਾਡੇ ਪਰਿਵਾਰਾਂ ਨਾਲ ਸੰਬੰਧਿਤ ਹੈ ਸਾਡੇ ਸਮਾਜ ਨਾਲ ਸੰਬੰਧਿਤ ਹੈਗੇ ਆ ਇਸ ਕਰਕੇ ਮੈਨੂੰ ਤੁਹਾਡੀ ਸ਼ਮੂਲੀਅਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਤੁਹਾਡੀ ਸ਼ਮੂਲੀਅਤ ਦੇ ਨਾਲ ਹੀ ਇਹ ਪ੍ਰੋਗਰਾਮ ਜਿਹੜਾ ਹੈਗਾ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਯਾਨੀ ਕਿ ਤਰੱਕੀ ਕਰ ਰਿਹਾ ਹੈਗਾ ਅਗਲੇ ਹਫ਼ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਆਪਣੇ ਟੈਕਨੀਸ਼ੀਅਨ ਦਾ ਅਤੇ ਬਾਕੀ ਸਾਰੇ ਸਟਾਫ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਹੜਾ ਕਿ ਮੇਰੇ ਪ੍ਰੋਗਰਾਮ ਦੇ ਵਧੀਆ ਬਣਾਉਣ ਦੇ ਵਿੱਚ ਬਹੁਤ ਵੱਡੀ ਹੈਲਪ ਕਰਦੇ ਆ ਅਤੇ ਤੁਹਾਡੀ ਸ਼ਮੂਲੀਅਤ ਦਾ ਵੀ ਮੈਂ ਇੱਕ ਵਾਰੀ ਫਿਰ ਤਹਿ ਦਿਲੋਂ ਧੰਨਵਾਦੀ ਹੈਗਾ ਕਿਉਂਕਿ ਤੁਹਾਡੀ ਸ਼ਮੂਲੀਅਤ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਪ੍ਰੋਗਰਾਮ ਨੂੰ ਵਧੀਆ ਬਣਾਉਣ ਦੇ ਵਿੱਚ ਅਤੇ ਇੱਕ ਵਾਰੀ ਫਿਰ ਜਿਹੜਾ ਹੈਗਾ ਅਗਲੇ ਹਫ਼ਤੇ ਆਪਾਂ ਫਿਰ ਕਿਸੇ ਹੋਰ ਵਿਸ਼ੇ 'ਤੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਇੱਥੋਂ ਦਿਓ ਇਜਾਜ਼ਤ ਮੈਂ ਤੁਹਾਡਾ ਵੀਰ ਅਗਲੇ ਹਫ਼ਤੇ ਫਿਰ ਤੁਹਾਨੂੰ ਮਿਲਦਾ ਹੈ ਓਕੇ ਜੀ ਬਾਏ ਬਾਏ ਥੈਂਕ ਯੂ ਵੈਰੀ ਮੱਚ